ਸੋ ਵੈਲਕਮ ਬੈਕ। ਵਰਲਡ ਹਿਸਟਰੀ ਦੇ ਮੈਕਰੋ ਐਨਾਲਿਸਿਸ ਤੋਂ ਬਾਅਦ ਅੱਜ ਅਸੀਂ ਹੁਣ ਮਾਈਕਰੋ ਐਨਾਲਿਸਿਸ ਸ਼ੁਰੂ ਕਰਦੇ ਹਾਂ। ਜਿੰਨੇ ਵੀ ਇੰਪੋਰਟੈਂਟ ਈਵੈਂਟਸ ਹੈ ਵਰਲਡ ਹਿਸਟਰੀ ਦੇ PCS ਪ੍ਰੀ 2020 ਵਾਸਤੇ ਜੋ ਇੰਪੋਰਟੈਂਟ ਹੈ ਅੱਜ ਉਹ ਸਾਰੇ ਅਸੀਂ ਕਵਰ ਕਰਦੇ ਹਾਂ ਐਂਡ ਹੋਪਫੁਲੀ ਆਈ ਐਮ ਸ਼ੋਰ ਕਿ ਮੋਸਟ ਆਫ ਦ ਕੁਐਸਚਨਸ ਵਿਲ ਬੀ ਕਵਰਡ ਥਰੂ ਓਨਲੀ these notes, right? ਅੱਛਾ, ਇੱਕ ਚੀਜ਼ ਹੋਰ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਕੋਲ ਇਹ ਨੋਟਸ ਨਹੀਂ ਹੋਣਗੇ ਔਰ ਜਿਨ੍ਹਾਂ ਕੋਲ ਹੈ ਵੀ ਹੈ, ਮੈਂ ਇਹਦੇ 'ਚ ਕੁਝ ਚੀਜ਼ਾਂ ਹੋਰ ਐਡ ਕੀਤੀਆਂ ਡਿਪੈਂਡਿੰਗ ਔਨ ਦ ਨੀਡਸ ਆਫ ਦ ਐਗਜ਼ਾਮ, ਤੇ ਮੈਂ ਇਹ ਲੈਕਚਰ ਦੇ ਨਾਲ ਐਮਬੈਡ ਕਰ ਦਾਂਗਾ। ਤੁਸੀਂ ਉੱਥੋਂ ਇਹ ਡਾਕੂਮੈਂਟ ਡਾਊਨਲੋਡ ਕਰ ਸਕਦੇ ਹੋ। ਸੋ ਲੈਟਸ ਸਟਾਰਟ ਦ ਜਰਨੀ। ਸਭ ਤੋਂ ਪਹਿਲਾਂ ਜਿਹੜਾ ਇੰਪੋਰਟੈਂਟ ਚੀਜ਼ ਹੈ ਉਹ ਹੈ 1215 ਦਾ ਮੈਗਨਾ ਕਾਰਟਾ, ਰਾਈਟ? ਮੈਗਨਾ ਕਾਰਟਾ ਜਿਹਨੂੰ ਚਾਰਟਰ ਆਫ ਲਿਬਰਟੀਜ਼ ਜਾਂ ਗ੍ਰੇਟ ਚਾਰਟਰ ਕਿਹਾ ਜਾਂਦਾ ਹੈ, ਬ੍ਰਿਟੇਨ 'ਚ ਆਇਆ। ਕਿੰਗ ਜੌਨ ਨੇ ਇਹਨੂੰ ਪਾਸ ਕੀਤਾ, ਰਾਈਟ? ਇਹ ਲੈਟਿਨ ਭਾਸ਼ਾ 'ਚ ਲਿਖਿਆ ਗਿਆ ਹੈ, ਇੰਗਲਿਸ਼ ਨਹੀਂ ਹੈ, ਯਾਦ ਰੱਖਣਾ। ਇੰਗਲੈਂਡ 'ਚ ਪਾਸ ਹੋਇਆ ਹੈ, ਇੰਗਲੈਂਡ 'ਚ ਇਸ਼ੂ ਕੀਤਾ ਗਿਆ ਮੈਗਨਾ ਕਾਰਟਾ, ਬਟ ਲੈਟਿਨ ਭਾਸ਼ਾ 'ਚ ਹੈ। ਮੈਗਨਾ ਕਾਰਟਾ ਜਿਹੜਾ ਹੈ ਇਹ 13th ਸੈਂਚੁਰੀ ਦਾ ਡਾਕੂਮੈਂਟ ਹੈ। 1215 ਮੀਨਸ 13th ਸੈਂਚੁਰੀ ਦਾ ਡਾਕੂਮੈਂਟ ਹੈ, ਜਿਹਦੇ ਵਿੱਚ ਰਾਈਟਸ, ਪ੍ਰਿਵਿਲੇजेस ਤੇ ਲਿਬਰਟੀਜ਼ ਆਫ ਕਲਰਜੀ ਐਂਡ ਨੋਬਿਲਿਟੀ, ਜਾਂ ਤਾਂ ਚਰਚ ਦੇ ਪਾਦਰੀ ਤੇ ਜਾਂ ਫਿਰ ਫਿਊਡਲ ਲਾਰਡਸ ਦੇ ਜਿਹੜੇ ਕਿ ਰਾਈਟਸ, ਪ੍ਰਿਵਿਲੇजेस ਤੇ ਲਿਬਰਟੀਜ਼ ਹੈ ਉਹ ਡਿਫਾਈਨ ਕੀਤੀਆਂ ਗਈਆਂ। ਨਾਲ ਦੀ ਨਾਲ ਪਲੇਸਿੰਗ ਲਿਮਿਟਸ ਔਨ ਦਾ ਪਾਵਰ ਆਫ ਦਾ ਕਰਾਊਨ, ਰਾਜਾ ਦੀ ਸ਼ਕਤੀ ਤੇ ਰਾਜਾ ਦੀਆਂ ਪਾਵਰਸ ਦੇ ਉੱਪਰ ਥੋੜੀ ਲਿਮਿਟੇਸ਼ਨਸ ਲਾਉਣ ਦਾ ਕੰਮ ਇੱਥੋਂ ਸ਼ੁਰੂ ਹੋ ਗਿਆ, ਰਾਈਟ? ਸੋ ਪਹਿਲਾ ਤੁਹਾਡਾ ਇੰਪੋਰਟੈਂਟ ਫੈਕਟ ਸੀ ਮੈਗਨਾ ਕਾਰਟਾ, ਜਿਹੜਾ ਇੰਗਲੈਂਡ ਦਾ 1215 ਦਾ ਹੈ, ਲੈਟਿਨ ਭਾਸ਼ਾ 'ਚ ਹੈ, ਕਿੰਗ ਜੌਨ ਨੇ ਦਿੱਤਾ, 13ਵੀਂ ਸ਼ਤਾਬਦੀ ਦਾ ਡਾਕੂਮੈਂਟ ਹੈ। ਨੋਬਿਲਿਟੀ ਤੇ ਕਲਰਜੀ ਦੇ ਪ੍ਰਿਵਿਲੇजेस ਨੂੰ ਡਿਫਾਈਨ ਕਰਦਾ ਤੇ ਰਾਜਾ ਦੀ ਪਾਵਰ ਦੇ ਉੱਪਰ ਲਿਮਿਟੇਸ਼ਨਸ ਇੰਪੋਜ਼ ਕਰਦਾ ਹੈ। ਅਗਲੀ ਇੰਪੋਰਟੈਂਟ ਚੀਜ਼ ਆਉਂਦੀ ਹੈ 1415 ਦੀ। 1415 ਦੇ ਵਿੱਚ ਟਰਕਸ ਕੈਪਚਰਡ ਕਨਸਟੈਂਟੀਨੋਪਲ, ਰਾਈਟ? ਜਦੋਂ ਟਰਕਸ ਨੇ ਕਨਸਟੈਂਟੀਨੋਪਲ ਨਾਮ ਦੇ ਸ਼ਹਿਰ ਨੂੰ ਕੈਪਚਰ ਕੀਤਾ, ਇਹ ਹੈ ਕਿੱਥੇ? ਇਹ ਨਾ ਏਸ਼ੀਆ ਮਾਈਨਰ ਤੋਂ ਜਦੋਂ ਅਸੀਂ ਨਿਕਲੀਏ, ਟਰਕੀ ਵਾਲੇ ਪਾਸੇ ਤੋਂ ਅਸੀਂ ਨਿਕਲੀਏ, ਯੂਰਪ ਨਾਲ ਜੁੜਨ ਦੀ ਜਦੋਂ ਗੱਲ ਕਰੀਏ, ਈਸਟਰਨ ਯੂਰਪ ਨਾਲ, ਉੱਥੇ ਇਹ ਸ਼ਹਿਰ ਆਉਂਦਾ ਹੈ ਕਨਸਟੈਂਟੀਨੋਪਲ। ਤੁਹਾਨੂੰ ਯਾਦ ਹੋਣਾ ਇੱਕ ਓਲਡ ਸਿਲਕ ਰੂਟ ਸੀ ਜਿਹੜਾ ਏਸ਼ੀਆ ਤੇ ਯੂਰਪ ਦੇ ਵਿੱਚ ਟ੍ਰੇਡ ਕਰਾਉਂਦਾ ਸੀ, ਰਾਈਟ? ਇਹਦੇ ਨਾਲ ਇੱਥੇ ਇੱਕ ਬਲੈਕ ਸੀ ਵਾਲਾ ਰੀਜਨ ਵੀ ਹੈ, ਤੇ ਪੂਰਾ ਇਹ ਟ੍ਰੇਡ ਵਾਸਤੇ ਨਾ, ਏਸ਼ੀਆ ਤੇ ਯੂਰਪ ਦੇ ਟ੍ਰੇਡ ਵਾਸਤੇ ਬੜਾ ਇੰਪੋਰਟੈਂਟ ਰੀਜਨ ਸੀ। ਜਦ ਤੱਕ ਇੱਥੋਂ ਟ੍ਰੇਡ ਚੱਲ ਰਿਹਾ ਸੀ, ਯੂਰਪੀਅਨਸ ਇੰਡੀਅਨ ਨਾਲ ਬਹੁਤ ਜ਼ਿਆਦਾ ਟ੍ਰੇਡ ਕਰ ਰਹੇ ਸੀ, ਪਰ ਜਦੋਂ ਟਰਕਸ ਨੇ ਇਹਨੂੰ ਕੈਪਚਰ ਕਰ ਲਿਆ ਤੇ ਆਟੋਮਨ ਐਮਪਾਇਰ ਨੇ ਇਸ ਏਰੀਆ ਨੂੰ ਮੋਨੋਪੋਲਾਈਜ਼ ਕਰ ਲਿਆ, ਟ੍ਰੇਡ ਦੇ ਉੱਪਰ ਆਪਣਾ ਕੰਟਰੋਲ ਬਣਾ ਲਿਆ, ਹੁਣ ਯੂਰਪੀਅਨਸ ਲਈ ਬੜੀ ਵੱਡੀ ਸਮੱਸਿਆ ਹੋ ਗਈ ਕਿ ਉਹ ਈਸਟਰਨ ਟ੍ਰੇਡ ਕਿੱਦਾਂ ਕਰਨ। ਇਸੀ ਕਰਕੇ ਹੀ ਕੋਲੰਬਸ, ਵਾਸਕੋ ਡਗਾਮਾ ਨੂੰ ਕੱਢਿਆ ਗਿਆ ਸੀ, ਬਈ ਜਾਓ ਨਵਾਂ ਸੀ ਰੂਟ ਲੱਭੋ ਇੰਡੀਆ ਵੱਲ ਨੂੰ, ਤਾਂ ਕਿ ਅਸੀਂ ਈਸਟਰਨ ਦੇਸ਼ਾਂ ਨਾਲ ਆਪਣਾ ਟ੍ਰੇਡ ਕੰਟੀਨਿਊ ਕਰ ਸਕੀਏ। ਸੋ 1453 'ਚ ਟਰਕਸ ਕੈਪਚਰਡ ਕਨਸਟੈਂਟੀਨੋਪਲ। ਇਹਦਾ ਨੈਗੇਟਿਵ ਇੰਪੈਕਟ ਕੀ ਹੋਇਆ? ਨੈਗੇਟਿਵ ਇੰਪੈਕਟ ਇਹ ਹੋਇਆ ਕਿ ਜਿਹੜਾ ਬਲੈਕ ਸੀ ਟ੍ਰੇਡ ਸੀ ਉਹ ਕ੍ਰੈਸ਼ ਕਰ ਗਿਆ। ਬਲੈਕ ਸੀ ਟ੍ਰੇਡ ਜੋ ਚੱਲ ਰਿਹਾ ਉਹ ਕ੍ਰੈਸ਼ ਕਰ ਗਿਆ। ਕਿਉਂ? ਕਿਉਂਕਿ ਆਟੋਮਨ ਐਮਪਾਇਰ ਨੇ ਇੱਥੇ ਆਪਣੀ ਮੋਨੋਪੋਲੀ ਇਸਟੈਬਲਿਸ਼ ਕਰ ਲਈ ਟ੍ਰੇਡ ਤੇ। ਹੁਣ ਯੂਰਪੀਅਨਸ ਦਾ ਜੋ ਟ੍ਰੇਡ ਸੀ ਈਸਟਰਨਸ ਨਾਲੋਂ ਫਾਲ ਕਰ ਗਿਆ, ਰਾਈਟ? ਇਸ ਕਰਕੇ ਯੂਰਪੀਅਨ ਰੀਜਨ ਦੇ ਟ੍ਰੇਡ ਜਿਹੜਾ ਸੀ ਉਹ ਹਰਟ ਹੋ ਗਿਆ, ਸੀਵੀਅਰਲੀ ਹਰਟ ਕੀਤਾ ਨੇ ਯੂਰਪੀਅਨਸ ਦੇ ਟ੍ਰੇਡ ਨੂੰ। ਆਟੋਮਨ ਕਨਕੁਐਸਟ ਦੇ ਨਾਲ ਹੋਇਆ ਕੀ ਹੈ? ਇਟ ਅਫੈਕਟਡ ਦਾ ਹਾਈਲੀ ਲੂਕਰੇਟਿਵ ਇਟਾਲੀਅਨ ਟ੍ਰੇਡ। ਇਟਾਲੀਅਨਸ ਇਹਨੂੰ ਮੋਨੋਪੋਲਾਈਜ਼ ਕਰ ਰਹੇ ਸੀ, ਉਹਨਾਂ ਨੂੰ ਵੀ ਨੁਕਸਾਨ ਹੋਇਆ, ਐਂਡ ਗ੍ਰੈਜੂਅਲੀ ਰਿਡਿਊਸ ਦਾ ਟ੍ਰੇਡ ਬੇਸਿਸ ਇਨ ਦਾ ਰੀਜਨ। ਤੇ ਹੁਣ ਟ੍ਰੇਡ ਬੇਸਿਸ ਵੀ ਇੱਥੋਂ ਚੇਂਜ ਹੋਣੇ ਸ਼ੁਰੂ ਹੋ ਗਏ। ਇਸੀ ਕਰਕੇ ਹੁਣ ਸਪੇਨ ਤੇ ਪੁਰਤਗਾਲ ਦੋ ਨਵੇਂ ਪਾਵਰਸ ਉੱਠਣਗੇ, ਜੋ ਪਹਿਲੇ ਤਾਂ ਏਜ ਆਫ ਡਿਸਕਵਰੀ ਨੂੰ ਸ਼ੁਰੂ ਕਰਨਗੇ। ਏਜ ਆਫ ਡਿਸਕਵਰੀ, ਰਾਈਟ? ਜਦੋਂ ਨਵੇਂ ਰਸਤੇ ਲੱਭੇ ਗਏ ਏਸ਼ੀਆ ਤੱਕ ਪਹੁੰਚਣ ਵਾਸਤੇ, ਇੰਡੀਆ ਤੱਕ ਪਹੁੰਚਣ ਵਾਸਤੇ। ਵਾਸਕੋ ਡਿਗਾਮਾ ਫਾਈਨਲੀ 1498 'ਚ ਇੰਡੀਆ ਲੈਂਡ ਕਰ ਗਏ, ਠੀਕ ਹੈ? ਤੇ ਪਹਿਲੇ ਉਹ ਦੋ ਨਵੀਆਂ ਪਾਵਰਸ ਉੱਠੀਆਂ, ਸਪੇਨ ਤੇ ਪੁਰਤਗਾਲ। ਉਹਨਾਂ ਦੀ ਦੇਖੀ ਫਿਰ ਬਾਕੀ ਯੂਰਪੀਅਨ ਦੇਸ਼ ਉੱਠੇ ਤੇ ਇੰਗਲੈਂਡ, ਫਰਾਂਸ ਵੱਡੇ ਪਾਵਰਸ ਬਣੇ, ਰਾਈਟ? ਅਗਲੀ ਚੀਜ਼, ਜਿਹੜਾ ਕਨਕੁਐਸਟ ਆਫ ਕਨਸਟੈਂਟੀਨੋਪਲ ਹੋਇਆ ਹੈ ਉਹ ਕਿਹੜੇ ਰਾਜਾ ਦੇ ਟਾਈਮ ਤੇ ਹੋਇਆ? ਇਹ ਕੁਐਸਚਨ ਆ ਸਕਦਾ ਹੈ। ਉਹ ਸੀ ਸੁਲਤਾਨ ਮਹਿਮਦ II ਆਫ ਆਟੋਮਨ ਐਮਪਾਇਰ, ਰਾਈਟ? ਪੇਪਰ ਵਾਸਤੇ ਸਿੱਧਾ ਕੁਐਸਚਨ, ਫਾਲ ਆਫ ਕਨਸਟੈਂਟੀਨੋਪਲ ਕਿਹੜੇ ਸਾਲ 'ਚ ਹੋਇਆ? ਇਹ ਵੀ ਆ ਸਕਦਾ ਹੈ। ਕਿਹੜੇ ਰਾਜਾ ਨੇ ਕੈਪਚਰ ਕੀਤਾ? ਇਹ ਵੀ ਆ ਸਕਦਾ ਹੈ। ਇਹਦਾ ਇੰਪੈਕਟ ਕੀ ਹੋਇਆ? ਇਹ ਸਿੱਧਾ ਸਵਾਲ ਵੀ ਪੇਪਰ 'ਚ ਪੁੱਛਿਆ ਜਾ ਸਕਦਾ ਹੈ। ਇਸ ਤੋਂ ਬਾਅਦ ਅਗਲੀ ਚੀਜ਼ ਜੋ ਹੈ ਹਾਂਜੀ, ਸੋ ਜਿੱਦਾਂ ਹੀ ਫਾਲ ਆਫ ਕਨਸਟੈਂਟੀਨੋਪਲ ਹੋਇਆ ਜਾਂ ਕਨਕੁਐਸਟ ਆਫ ਕਨਸਟੈਂਟੀਨੋਪਲ ਹੋਇਆ, ਉਹਦੇ ਨਾਲ ਹੀ ਫਾਲ ਆਫ ਬੈਜ਼ੈਂਟਾਈਨ ਜਾਂ ਈਸਟਰਨ ਰੋਮਨ ਐਮਪਾਇਰ ਵੀ ਹੋ ਗਿਆ, ਠੀਕ ਹੈ? ਜੋ ਫਾਲ ਆਫ ਬੈਜ਼ੈਂਟਾਈਨ ਐਮਪਾਇਰ ਹੈ ਜਾਂ ਈਸਟਰਨ ਰੋਮਨ ਐਮਪਾਇਰ ਹੈ, ਇਟ ਹੈਪਨਡ ਅਲੋਂਗ ਵਿਦ ਦ ਫਾਲ ਆਫ ਕਨਸਟੈਂਟੀਨੋਪਲ, ਕਿਉਂਕਿ ਹੁਣ ਟਰਕਸ ਨੇ ਏਰੀਆ ਕੈਪਚਰ ਕਰ ਲਿਆ ਤੇ ਜਿਹੜੀ ਬੈਜ਼ੈਂਟਾਈਨ ਐਮਪਾਇਰ ਸੀ, ਜਿਹੜੀ ਕ੍ਰਿਸਚੈਨਿਟੀ ਨਾਲ ਐਸੋਸੀਏਟਿਡ ਹੈ, ਰੋਮਨ ਨਾਲ, ਉਹ ਹੁਣ ਹੌਲੀ ਗਿਰਨੀ ਸ਼ੁਰੂ ਹੋ ਗਈ ਹੈ। ਐਂਡ ਇਹਦੇ ਨਾਲ ਹੀ 100 years ਵਾਰ ਵੀ ਐਂਡ ਹੋ ਗਈ। ਇਹਦੇ ਨਾਲ ਹੀ ਇੱਕ ਹੋਰ ਬਹੁਤ ਵੱਡਾ ਇਵੈਂਟ ਹੋਇਆ, ਬਿਗਨਿੰਗ ਆਫ ਰੇਨੇਸਾਂ, ਪੁਨਰ ਜਾਗਰਣ ਸ਼ੁਰੂ ਹੋਇਆ। ਹੁਣ ਪੁਨਰ ਜਾਗਰਣ ਕੀ ਹੈ? ਲੈਟ ਅਸ ਟੇਕ ਐਨ ਐਗਜ਼ਾਮਪਲ। ਇੱਕ ਆਦਮੀ ਇੱਥੇ ਖੜਾ ਜਿਹੜਾ ਆਪਣੇ ਆਪ ਨੂੰ ਰੇਨੇਸਾਂ ਮੈਨ ਕਹਿ ਰਿਹਾ, ਰਾਈਟ? ਇਹ ਕਹਿ ਰਿਹਾ ਜੀ ਆਈ ਐਮ ਦਾ ਮੈਨ ਆਫ ਏਜ ਆਫ ਰੇਨੇਸਾਂ, ਮੈਂ ਬਿਲਕੁਲ ਪਾਸਟ ਵਿੱਚ ਜਾ ਰਿਹਾ,
एंशियंट ग्रीक्स ਤੇ ਰੋਮਨਸ ਤੋਂ ਮੈਂ ਇੰਸਪੀਰੇਸ਼ਨ ਲੈ ਰਿਹਾ ਕਿ ਉਹ ਲੋਕ ਥੋੜਾ ਸਾਇੰਟੀਫਿਕਲੀ ਸੋਚਦੇ ਸੀ। ਬਟ ਉਸ एंशियंट एंड रोमन एम्पायर ਦੇ ਬ੍ਰੇਕਅਪ ਤੋਂ ਬਾਅਦ ਜਿਹੜੀ ਵਿੱਚ ਏਜ ਆਈ ਰੈਨਾਸਾਂ ਮੈਨ ਤੇ ਗ੍ਰੀਕ ਐਂਡ ਰੋਮਨਸ ਦੇ ਵਿੱਚ ਜਿਹੜੀ ਏਜ ਆਈ, ਇਸ ਏਜ ਨੂੰ ਨਾਮ ਦੇ ਰਿਹਾ ਉਹ ਡਾਰਕ ਏਜ, ਰਾਈਟ, ਡਾਰਕ ਏਜ। ਉਹ ਕਹਿ ਰਿਹਾ ਜੀ ਇੱਥੇ ਇਨਸਾਨ ਨੂੰ ਚਰਚ ਨੇ ਪੂਰੀ ਤਰ੍ਹਾਂ ਨਾਲ ਸੁਪਰਸਟੀਸ਼ੀਅਸ ਬਣਾਤਾ ਸੀਗਾ, ਸਾਇੰਟੀਫਿਕ ਆਈਡੀਆਜ਼ ਖਤਮ ਕਰਾਤੇ ਸੀਗੇ ਤੇ ਆਦਮੀ ਨੂੰ ਦਿਸ ਵਰਲਡ ਓਰੀਐਂਟਡ ਰਹਿਣ ਦੀ ਬਜਾਏ ਅਦਰ ਵਰਲਡ ਓਰੀਐਂਟਡ ਕਰਤਾ ਕਿ ਜੇ ਮੈਂ ਐਜ਼ ਇਨਸਾਨ ਧਰਤੀ ਤੇ ਆਇਆ ਤੇ ਮੈਂ ਇੱਥੇ ਰਹਿਣ ਕੇ ਖੁਸ਼ੀਆਂ ਨਹੀਂ ਮਨਾਉਣੀਆਂ, ਮੈਂ ਸੋਚਣਾ ਕੀ ਹੈ ਕਿ ਮੈਂ ਆਪਣਾ ਅਗਲਾ ਕਿੱਦਾਂ ਸੁਧਾਰਨਾ, ਮੈਂ ਸਵਰਗ ਪਹੁੰਚਣਾ, ਮੇਰੀ ਮੁਕਤੀ ਹੋ ਜਾਏ, ਸੈਲਵੇਸ਼ਨ ਦਾ ਆਈਡੀਆ ਆ ਜਾਏ, ਇਹ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਬਟ ਹੁਣ ਮੈਂ ਇਸ ਸਾਰੀ ਜਿਹੜੀ ਸੁਪਰਸਟੀਸ਼ੀਅਸ ਆਈਡੀਓਲੋਜੀ ਹੈ ਇਹ ਤੋਂ ਛੱਡ ਕੇ ਪਿੱਛੇ ਜਾ ਕੇ ਗ੍ਰੀਕਸ ਤੇ ਰੋਮਨਸ ਤੋਂ ਇੰਸਪੀਰੇਸ਼ਨ ਲੈ ਕੇ ਆਪਣਾ ਭਵਿੱਖ ਸੁਧਾਰਨਾ ਹੈ। ਇਹ ਹੈ ਰੈਨਾਸਾਂ ਦਾ ਆਈਡੀਆ। ਆਦਮੀ ਦਾ ਰੀਬਰਥ ਹੋ ਰਿਹਾ ਹੈ ਕਿ ਉਹ ਚਰਚ ਦੇ ਸੁਪਰਸਟੀਸ਼ੀਅਸ ਬਿਲੀਫਸ ਤੋਂ ਬਾਹਰ ਆ ਕੇ ਆਪਣੀ ਜ਼ਿੰਦਗੀ ਨੂੰ ਖੁਦ ਜੀਣ ਬਾਰੇ ਸੋਚ ਰਿਹਾ ਹੈ। ਐਂਸ਼ੀਅੰਟ ਗ੍ਰੀਕਸ ਤੇ ਰੋਮਨਸ ਤੋਂ ਇੰਸਪੀਰੇਸ਼ਨ ਲੈ ਲਿਆ, ਪਲੇਟੋ ਤੇ ਅਰਿਸਟੋਟਲ ਦੇ ਆਈਡੀਆਜ਼ ਨੂੰ ਦੁਬਾਰਾ ਤੋਂ ਰਿਵਾਈਵ ਕਰ ਰਹੇ ਹੈ। ਠੀਕ ਹੈ, और ये किद्दां पॉसीबल होया? इस टाइम ते क्रूसेड्स भी हो रहे सीगे, क्रिश्चियनिटी ते मुस्लिम्स दे विच लड़ाई हो रही सी। ठीक है, इस्लाम वध रहा है, क्रिश्चियनिटी उन्होंने रोकने की कोशिश कर रही है, क्रूसेड्स हो रहे हैं। बट इन्हां टाइमां दे विच ही जिहड़े क्रिश्चियनिटी दे लोग हैं और जदों अरब्स दे कॉन्टैक्ट दे विच आए, इन्हां नूं अरब्स दे कोलों दी ग्रीक्स दे रिकॉर्ड्स मिले, अरब्स दे कोलों ग्रीक्स दे रिकॉर्ड्स मिले। और जो प्लेटो अरिस्टोटल लिख के गए सी वो इस टाइम ते अरब्स दे कोल सी, पर यूरोप विच मिसिंग सी बिकॉज ऑफ डार्क एजिज। तो जदां ही इन्होंने मिलिया उहदे नाल क्रूसेड्स immediately resulted in Renaissance because of the Europeans now getting back the touch with their ancient Greek and Roman civilizations। ਇਹਦੇ ਨਾਲ ਆ ਗਿਆ ਰੈਨਾਸਾਂ ਦਾ ਜਿਹੜਾ ਮੇਜਰ ਟਾਈਮ ਹੈ ਉਹ 14th ਸੈਂਚੁਰੀ ਟੂ 17th ਸੈਂਚੁਰੀ ਦਾ ਮੰਨਿਆ ਜਾਂਦਾ, 14ਵੀਂ ਤੋਂ 17ਵੀਂ ਸ਼ਤਾਬਦੀ, ਰਾਈਟ। ਰੈਨਾਸਾਂ ਨੇ ਕੀਤਾ ਕੀ ਹੈ? ਰੈਨਾਸਾਂ ਪ੍ਰਮੋਟਡ ਰੀਡਿਸਕਵਰੀ ਆਫ ਕਲਾਸੀਕਲ ਫਿਲਾਸਫੀ, ਲਿਟਰੇਚਰ ਐਂਡ ਆਰਟ। फाइन, इन्हें पिछे जाके रीडिस्कवर किया, ਉਹਦੇ बेसिस ਤੇ फ्यूचर बारे प्रोग्रेसिव थॉट प्रोसैसिस डिवेलप होए। जे पूछा जाए हू सपोर्टेड रैनासां ते इटली दी रूलिंग फैमिली सी जिन्हें 60 सालों लिए इटली ते राज किया। मेडिसी फैमिली बड़ी ही रिच फैमिली सी, बिजनेस फैमिली टाइप, ते इन्हां ने रूल किया सी, उन्होंने ही रैनासां नूं सपोर्ट किया। हुण जे असीं गल करिए इंपॉर्टेंट परसनैलिटीज़ ऑफ रैनासां दी, तो सब तो पहला जिहड़ा नाम आंदा है लिनार्डो दा विंसी दा आंदा है, जो कि एक इटैलीअन पेंटर सी। इत्थे किस किस तरह के क्वेश्चन आ सकते हैं? 4 लोगों के नाम सामने, 4 देशों के नाम मैच कर दो, किहड़ा राइटर, किहड़ा फिलोसफर, किहड़ा पेंटर किहड़े देश तो है, या 4 राइटर्स पेंटर्स के नाम, उन्होंने सामने उन्होंने वर्क्स के नाम भी किन्ने मोनालिसा पेंट की सी, किन्ने लेवाइथन लिखी सी, मैच कर दो किहड़ा नाम किहदे नाल मिलदा है। सो लिनार्डो दा विंसी इटैलीअन पेंटर है, आर्कीटैक्ट भी है, इन्वेंटर है, इनू रैनासां मैन भी कहते हैं। डायरैक्ट क्वेश्चन 4 बंदे नाम लिख के पूछो जी हु इज़ कॉल्ड रैनासां मैन। ठीक है, इन्होंने किहड़ी पेंटिंग की है? सब तो इंपॉर्टेंट मोनालिसा ते दूजी लास्ट सपर। द लास्ट सपर जीसस क्राइस्ट का जिहड़ा लास्ट मील है उहदे उपर जिहड़ी पेंटिंग बनी है। सो मोनालिसा, लास्ट सपर, लिनार्डो दा विंसी दियां 2 इंपॉर्टेंट पेंटिंग्स आ गई। फाइन, डायरैक्ट क्वेश्चन बनने ना, उपर ध्यान रखना। इस तो बाद अगला जिहड़ा नाम आंदा साडे कोल लिनार्डो दा विंसी तो बाद, वो आंदा जी साडे कोल नाम ऑफ अरेस्मस, राइट। हुण अरेस्मस कौन है? ये हॉलैंड दा स्कॉलर है। ही डिफाइंड ह्यूमनिस्ट मूवमेंट। ठीक है, डिफाइंड द ह्यूमनिस्ट मूवमेंट। ह्यूमनिज्म की अगे आऊगा, मैं एक्सप्लेन करांगा चंगी तरह। इन नॉर्दर्न यूरोप, ट्रांसलेटर ऑफ न्यू टैस्टामेंट इनटू ग्रीक, राइट। न्यू टैस्टामेंट नू ग्रीक भाषा च इन्होंने ट्रांसलेट किया। जिद्दां जिद्दां जिहड़ी बाइबल है उहदियां डिफरेंट लैंग्वेजिस ट्रांसलेशन होनी शुरू हुई ना, हुण आम जनता उन्होंने पढ़ पाती है, क्योंकि आम जनता पढ़ती है, वो उन्हां दियां कमियां बारे भी गल समझ पाती है, उन्हां दी अच्छाइयां बुराइयां सब समझ आती हैं। इसी करके रेफॉर्मेशन आने का चांस बनना शुरू हो गया कि हुण चर्च के खिलाफ भी लोग लड़नगे, राइट। अगला नाम आंदा रेने डेकार्ट दा। रेने डेकार्ट फ्रेंच फिलोसफर एंड मैथमेटिशियन है। इसनू बोलते हैं फादर ऑफ मॉडर्न फिलोसफी, राइट। डेकार्ट इज कॉल्ड फादर ऑफ मॉडर्न फिलोसफी। और इन्हां दी फेमस स्टेटमेंट की है? आई थिंक देयरफॉर आई एम। बड़ी पॉपुलर स्टेटमेंट है, पेपर च डायरैक्ट आ सकती है। पूरी स्टेटमेंट सी आई डाउट, देयरफॉर आई थिंक एंड देयरफॉर आई एम। ठीक है, उस तो बाद गलीलियो का नाम आंदा है। इटैलीअन एस्ट्रोनॉमर, फिजिस्ट एंड इंजीनियर सी, जिन्हों ने टैलीस्कोप यूज़ करना शुरू किया और उस करके उन्होंने मूनस ऑफ जुपिटर एंड रिंग्स ऑफ सैटर्न बारे सानू दस्या। सब तो इंपॉर्टेंट चीज़
ਉਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਫॉर ਹਿਸ ਵਿਊਜ਼ ਆਫ ਹੀਲੀਓਸੈਂਟ੍ਰਿਕ ਯੂਨੀਵਰਸ। what is heliocentric universe? heliocentric is sun as the center of universe। जब तक गलीलियो ने गल्लां नहीं कीतियां that sun is the center of universe, that we live in a heliocentric world, उदों तक चर्च कहती सी इट्स अ जियोसेंट्रिक यूनीवर्स, मीनस जी धरती है वो केंद्र है यूनीवर्स का, तो अर्थ भी जी है ना और स्टेशनरी है और सूरज अर्थ के आस पास घूमता है। इसीलिए पुरानिया गल्लां असीं अज भी यूनीवर्सल ट्रूथ दसी जाते हैं कि सन राइजिज इन द ईस्ट एंड इट सैट्स इन द वैसट। सन तो उत्थे ही खड़ोता है, सन ने कितने हिलना है, धरती घूमती है, ठीक है। लेकिन सानू जब चर्च कहती सी कि असीं जियोसेंट्रिक यूनीवर्स रहिंदे आ, तां कहती सी देखो जी सूरज इधरों निकलता है इधर छुपदा है, सूरज तो उत्थे ही खड़ोता रहिंदा है, धरती घूम जाती है। डन। ਜਦੋਂ ਗਲੀਲੀਓ ਨੇ ਗੱਲ ਦੱਸੀ ਨਾ ਕਿ ਇਟਸ ਅ ਹੀਲੀਓਸੈਂਟਰਿਕ ਯੂਨੀਵਰਸ, ਵਿਚਾਰੇ ਨੂੰ ਘਰ 'ਚ ਅਰੈਸਟ ਕਰ ਲਿਆ ਗਿਆ ਕਿ ਤੂੰ ਚਰਚ ਦੇ ਖਿਲਾਫ ਬੋਲਦਾ, ਇਹਨੂੰ ਹੈਰੇਟਿਕ ਦੱਸਿਆ ਗਿਆ, ਐਵੇਂ ਗੱਪਾਂ ਮਾਰੀ ਜਾਂਦਾ ਗਪੌੜ, ਰਾਈਟ। ਬਟ ਬਾਅਦ 'ਚੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਗੱਲਾਂ 'ਚ ਕਿੰਨੀ ਸੱਚਾਈ ਸੀ ਤੇ ਦੁਨੀਆ ਸਾਰੀ ਦੀ ਸਾਰੀ ਬਦਲਣੀ ਸ਼ੁਰੂ ਹੋ ਗਈ। ਫਿਰ ਕੋਪਰਨਿਕਸ ਦਾ ਨਾਮ ਆਉਂਦਾ ਹੈ, ਇਹ ਵੀ ਮੈਥਮੈਟੀਸ਼ੀਅਨ ਹੈ ਐਂਡ ਐਸਟਰੋਨੋਮਰ ਹੈ। He was the first person to made modern scientific argument for the concept of heliocentric solar system। जो गलीलियो दस रहा सी उन्होंने कोपरनिकस ने होर ज़्यादा साइंटिफिकली प्रूव करता, राइट। नैक्सट जिहड़ा हुण नाम आ रहा है टॉमस हॉब्स का, इंग्लैंड का राइटर है, बड़ा इंपॉर्टेंट। ऑलराइट जी, सो नेक्स्ट वी हैव टॉमस हॉब्स, इंग्लैंड के राइटर हैं, इंग्लिश फिलोसफर हैं, ऑथर हैं, किताब लिखी है लवाइथन। हुण इन्हां ने कीता की टॉमस हॉब्स ने 1642 होई इंग्लैंड की सिविल वॉर नू खुद विटनैस किया। इस वॉर नू विटनैस करन तो बाद इन्होंने किताब लिखी और इस किताब च इन्होंने सोशल कॉन्ट्रैक्ट थ्योरी बारे दस्या। सोशल कॉन्ट्रैक्ट थ्योरी आने तो पहला लोकी कहते सी जो राजा है वो डिवाइन है, राजे कोल डिवाइन पावर्स हैं या डिवाइन राइट्स हैं, रब का रूप है राजा, राइट। तो इन्होंने आके दसिया कि जो स्टेट है या जो राजा है ये कोई डिवाइन नहीं है, स्टेट तो मैन मेड इंस्टीट्यूशन है, मैन मेड इंस्टीट्यूशन। लोगों ने अपने नैचुरल राइट्स की गल की, इन्होंने अपने नैचुरल राइट्स नू बचाने खातर स्टेट की इन्वेंशन की सी कॉन्ट्रैक्ट करके। ये सी स्टोरी ऑफ सोशल कॉन्ट्रैक्ट थ्योरी जो कि सानू दिती टॉमस हॉब्स ने। हॉब्स तो बाद सोशल कॉन्ट्रैक्ट थ्योरी नाल दो नाम होर जुड़ते हैं अगे जाके, एक जुड़ता है जॉन लॉक का, ये भी इंग्लैंड दे हैं, और दूसरा नाम जुड़ता है रूशो का जो कि एक फ्रांस के राइटर सी। सो 3 राइटर्स हैं, इन्होंने बोलते हैं 3 सोशल कॉन्ट्रैक्चुअलिस्ट, टॉमस हॉब, जॉन लॉक एंड जे रूशो, ठीक है। ये 3 राइटर हैं सोशल कॉन्ट्रैक्ट थ्योरी दे। अगला इंपॉर्टेंट नाम आता है चौसर का, ये भी इंग्लिश पोएट ते ऑथर है जिन्हों की सब तो इंपॉर्टेंट किताब है कैंटरबरी टेल्स। दैन अगला नाम आता है गेटो का जो कि इटैलियन पेंटर एंड आर्कीटैक्ट सी। इन्हों की सब तो इंपॉर्टेंट चीज़ की है, बहुत ही रियलिस्टिक डिपिक्शन ऑफ ह्यूमन इमोशंस के बारे इन्होंने एक्सप्रैशन दिता है। एंड बेस्ट नोन फॉर हिज फ्रेस्कोज, जिहड़ियां वॉल ते पेंटिंग्स होंदियां कित्थे, इन द स्क्रोवगेनी शैपल ऑफ पौधा, ठीक है। ये चीज़ तुसी याद रखनी है अबाउट गेटो। अगला इंपॉर्टेंट नाम आता है डांते, राइट। हु इज़ ही? इटैलियन फिलोसफर, पोएट, राइटर एंड पॉलिटिकल थिंकर हैं, जेडे कि बेस्ट नोन फॉर हिज वर्क ऑफ डिवाइन कॉमेडी, राइट। बहुत इंपॉर्टेंट नाम है, सारे राइटर से बुक दे मैच द फॉलोइंग चाहने हैं, डॉकूमेंट डाउनलोड करना, इंपॉर्टेंट चीज़ों को हाईलाइट करना और पढ़ते रहना इन्हों। डिवाइन कॉमेडी बारे थोड़ा जहा होर भी जे चाहो तो देख लेना, डायरैक्ट क्वेश्चन इस तो बाद तो नहीं आना, इसलिए मैं होर डिटेल च नहीं जा रहा। फिर नाम आता जी मैकियावेली का, ठीक है। इटैलियन राइटर हैं, इटैलियन डिप्लोमैट हैं एंड फिलोसफर हैं, जिन्होंने बुक द प्रिंस लिखी है तो द डिस्कोर्सिज ऑन लवे लिखी है। 2 किताबें। प्रिंस दे विच ये मोनार्की दे बारे दस रहे हैं, राजाशाही बारे, ते डिस्कोर्सिज दे विच रिपब्लिक की गल करते हैं, ठीक है। रिपब्लिक इन्ना याद रखना बस, प्रिंस दे विच मोनार्की, डिस्कोर्सिज दे विच रिपब्लिक। फिर नाम आता है जॉन मिल्टन का, इंग्लिश पोएट ते हिस्टोरीयन है, जिन्हों की एपिक पोइम है पैराडाइज लॉस्ट, बड़ी इंपॉर्टेंट पोइम है। मैं तुहानूं फिर दस रहा, डायरैक्ट क्वेश्चन आ जाते होंगे राइटर्स ते उन्हां दीयां बुक्स के बारे, मैच द फॉलोइंग। दैन वी ऑल नो विलियम शेक्सपीयर, इंग्लैंड के नैशनल पोएट कहा जाता इन्हों,
डन। एंड मोस्ट फेमस प्ले राइट ऑफ ऑल टाइम है, सैलीब्रेटेड फॉर इज सोनेट्स। सोनेट्स की होंगे हैं ਜਿਹੜੇ 14 ਲਾਈਨਾਂ ਦੇ ਵਿੱਚ ਲਿਖੇ ਜਾਂਦੀਆਂ ਪੋਮਸ ਹੈ ਉਹਨੂੰ ਸੋਨੇਟਸ ਕਹਿੰਦੇ ਆ। ਐਂਡ ਪਲੇਜ਼ ਲਾਈਕ ਰੋਮੀਓ ਜੂਲੀਅਟ। फाइन। बाकी हुण शेक्सपीयर के तो बहुत सारे वर्क्स हैं, तुसी देखो जे क्वेश्चन डायरैक्ट आ भी जाए तो तुसी थोड़ा जिहा हुण शेक्सपीयर बारे एक दो होर किताबां दे या पोम्स के नाम याद रख लेना, विच इज़ इंपॉर्टेंट। डोनाटेलो ये इटैलीयन स्कल्पटर है, इन्होंने बहुत ही वधिया लाइफ लाइक स्कल्पचर बनाए जिहदे डेविड द स्कल्पचर जी मूर्ति बनाई बहुत ही वधिया। इन्हों भी मेडिसी फैमिली ने ही सपोर्ट किया होया सी। दैन फिर सैंड्रो आते हैं, सैंड्रो भी इटैलीयन पेंटर है जोड़े कि बर्थ ऑफ वीनस नाम के वास्ते पेंटिंग वास्ते बड़े पॉपुलर होए। फिर रैफल का नाम इंपॉर्टेंट है, ये भी इटैलीयन पेंटर हैं और इन्होंने तो लिनार्डो दा विंसी ते माइकल एंजलो तो काम सीखा, हु लर्न फ्रॉम दैम एंड बेस्ट नोन फॉर हिज पेंटिंग ऑफ मडोना एंड स्कूल ऑफ एथेंस। ये बहुत इंपॉर्टेंट चीज़ां ने और तुहानू अलग अलग जगह पर जाके लभणियां सी, असीं इकट्ठियां कर लियां। हुण तुसीं सिर्फ इन्हां नूं एक वारी वधिया तरीके नाल रिवाइज कर लेना, दैट विल सर्व योर पर्पस राइट। अगला नाम आंदा माइकल एंजलो। हुण माइकल एंजलो कौन है? ये भी एक इटैलीयन स्कल्पटर है और पेंटर एंड आर्कीटैक्ट है जिन्होंने डेविड बनाया, हु कार्व डेविड एंड पेंटेड द सिस्टीन चैपेल इन रोम। बस जी ये हो गई तुहाडियां इंपॉर्टेंट परसनैलिटीज़। हुण इंपॉर्टेंट फिलोसफीज़ की जो आप गल करिए रेनेसां दी तो आप इक्को इंपॉर्टेंट फिलोसफी करनी है, वो है ह्यूमनिज़म की। है कि ये फिलोसफी ऑफ ह्यूमनिज़म 14वीं शताब्दी ड्यूरिंग 14th सेंचुरी एक कल्चरल मूवमेंट आई जिन्होंने असीं कहंदे आ ह्यूमनिज़म, बिगैन टू गेन मोमेंटम इन इटली। इटली तो शुरू हुई जित्थों रेनेसां आया। अमंग इट्स मैनी प्रिंसिपल्स ये किन्हां चीज़ां ते बल दिंदी है, किन्हां चीज़ां ते जोर दिंदी है। इट प्रमोटेड द आइडिया दैट मैन वॉज द सेंटर ऑफ हिज ओन यूनीवर्स। आदमी अपनी दुनिया का आप एक एपी सेंटर है, केंद्र है। एंड पीपल शुड एम्ब्रेस ह्यूमन अचीवमेंट्स इन एजुकेशन, क्लासिकल आर्ट्स, लिटरेचर एंड साइंस। तो लोगों को खुशी मनानी चाहिए है कि असी धरती पर आए, असी पढ़े लिखे हाँ, समझदार हाँ, क्लासिकल आर्ट्स नूं असी एडमायर करते हैं, लिटरेचर नूं एडमायर करते हैं, तो साइंस नूं एप्रीशिएट करते हाँ। ठीक है, तो मनुखी जीवन दियां वैल्यूज़ नूं समझना, मनुखी जीवन नूं अहमियत देना, दैट वाज द सबलाइम ट्रूथ ऑफ ह्यूमनिज़म। हुण अगले इंपॉर्टेंट इवेंट ते चलते हैं, जिहड़ा कि साडा तीसरा इंपॉर्टेंट इवेंट है, वो है 1456 दे विच अगला इंपॉर्टेंट इवेंट की होया। 1456 दे विच गुटेनबर्ग ने जर्मनी दे विच बाइबल प्रिंट की अपनी प्रिंटिंग मशीन ते। दैट मीनस प्रिंटिंग प्रैस की इन्वेंशन कर ली गई। जिद्दां ही प्रिंटिंग प्रैस की इन्वेंशन हुई, हुण किताबां दा छपना होर आसान हो गया, उहदे नाल एजुकेशन ते नॉलेज दा स्प्रैड होना होर आसान हो गया। इट इज़ बिलीव्ड कि गुटेनबर्ग द्वारा प्रिंटिंग प्रैस के आने दे नाल रेनेसां आइडियाज़ होर ज़्यादा प्रमोट हो गए तो रिफॉर्मेशन आने का रस्ता सौखा हो गया, क्योंकि हुण चर्च दीयां गलत गल्लां बारे लोकी लिखणगे और वो जल्दी तो जल्दी स्प्रैड करनगियां गल्लां बिकॉज ऑफ प्रिंटिंग, और उस करके लोकां नूं बहुत ज़्यादा बेनीफिट मिलिया और लोगों ने चर्च के खिलाफ बोलना शुरू करता। अगला 1492 दे विच कोलंबस ने अमेरिका डिस्कवर किया। 1498 वास्को डिगामा इंडिया पहुंचे। कैलीकट वी ऑल नो, जिते हिंदू किंग कौन सी? जैमोरिन। जैमोरिन ने वेलकम किया। 1499 अमेरिगो वेस्पुची ने साउथ अमेरिका के कोस्ट नूं आके चार्ट किया। जो कोलंबस है वो सिर्फ और सिर्फ कैरीबियन वैस्ट इंडीज़ तक पहुंचे सी, प्रॉपर अमेरिका उन्होंने नहीं जाके डिस्कवर किया। ये डिस्कवर किया अमेरिगो वेस्पुची ने, तो अमेरिगो के नाम तो ही फिर अमेरिका नाम पाया गया। 1500 दे विच पेड्रो कैब्रेल ब्राज़ील नूं डिस्कवर करते हैं। ये कौन है? ये पुर्तगाली है, ही वॉज अ पोर्चुगीज़ और इन्होंने जाके ब्राज़ील लभ्या। 1517 मार्टिन लूथर ने एक नवी रिलीजियस रिफॉर्म मूवमेंट स्टार्ट की जर्मनी तो, जिन्हों असी कहते हैं रिफॉर्मेशन। चर्च दियाँ कई बुराइयां, कई कुरीतियां के खिलाफ अंदर चर्च का एक अफसर, चर्च का एक पादरी खुद बोलता है कि ये बहुत ही गलत चीज़ है। रिफॉर्मेशन नूं असी प्रोटेस्टेंट रिफॉर्मेशन भी कहते हैं, क्योंकि रिफॉर्मेशन जिहड़े लोगों ने चर्च दियां पुरानियां चीज़ों के बारे, पुरानियां रवायतों के बारे बोलिया, उहदे खिलाफ प्रोटेस्ट किया, वो बन गए प्रोटेस्टेंट। तो जिन्हों ने चर्च के नाल खड़ोकर साथ दिता वो कैथलिक कहलाए, उन्होंने कहा गया कैथलिक्स। से कैथलिक्स एंड प्रोटेस्टेंट दे विच डिवीजन होया। द रिलीजियस रेवोल्यूशन दैट टुक प्लेस इन वैसटर्न चर्च इन द 16th सेंचुरी। ठीक है,
इट्स ग्रेटेस्ट लीडर्स अनडाउटेडली वर एक तो मार्टिन लूथर सी और दूजे जॉन कैल्विन सी। ये दो नाम याद रखना, रिफॉर्मेशन के नाल जुड़े हुए हैं। रिफॉर्मेशन बारे थोड़ा तुहानूं होर समझांदा मैं अगे। मार्टिन लूथर ने मार्टिन लूथर ने की किया? मार्टिन लूथर ने 95 थीसिस तैयार किए। 95 थीसिस मीनस 95 ऑब्जैक्शंस तैयार किए, जेड़े जाके इन्होंने जर्मनी की विटनबर्ग चर्च के डोर के उपर नेल करते, किल नाल ठोकते। राइट, इन्होंने कहा चर्च च ये बुराइयां ने, जिन्हां चों सब तो वड्डी बुराई जिहड़ी दसी गई वो सी सेल ऑफ इंडलजेंस। क्योंकि PCS कुछ डेट स्पैसीफिक क्वेश्चन आते हैं, इसलिए मैं तुहानूं इत्थे डेट देती। 31 अक्तूबर 1517 ਨੂੰ ਹੋਇਆ ਸੀ ਜਦੋਂ 95 ਥੀਸਿਸ ਮਾਰਟਿਨ ਲੂਥਰ ਨੇ ਵਿਟਨਬਰਗ ਦੀ ਚਰਚ ਦੇ ਡੋਰ ਤੇ ਨੇਲ ਕੀਤੇ, ਜਿੱਥੋਂ ਮੰਨਿਆ ਜਾਂਦਾ ਕਿ ਰਿਫਾਰਮੇਸ਼ਨ ਦਾ ਜਿਹੜਾ ਮੂਵਮੈਂਟ ਹੈ ਉਹ ਸਟਾਰਟ ਹੋਇਆ। ਉਹਨਾਂ ਨੇ ਸੇਲ ਆਫ ਇੰਡਲਜੈਂਸਿਸ ਦੇ ਉੱਪਰ ऑब्जैक्शन लाया कि जदों कोई आदमी पाप करता है वह आके पादरी को अपना कन्फैशन दिंदा है, फादर को आके कन्फैशन दिंदा है, तो फादर उन्होंने कोई काम करन नूं कहंदे हैं कि तू सफाई करी, तू माफ़ी इदा मंगनी है, तू आके चर्च की सफाई करनी है, लोगों लिए लंगर बना देना है, तो जिहड़ी कॉन्ग्रीगेशन इकट्ठी होएगी वो तेरे वास्ते रब तो माफ़ी मंगू। बट इत्थे तां तुसीं सेल ऑफ इंडलजेंस करती, तुसीं वेचना शुरू करता, ये तां करप्शन है। इन्हां चीज़ों के खिलाफ जदों आवाज़ चुकी गई तो उत्थों शुरू हुंदी है रिफॉर्मेशन। हुण रिफॉर्मेशन के खिलाफ जिहड़ी चर्च है वो खुद भी कुछ करेगी। राइट, बट जिद्दां जिद्दां आइडिया वधने शुरू होए, एक स्विट्जरलैंड दे विच होर बड़ी इंपॉर्टेंट परसनैलिटी आई जिन्हों ने रिफॉर्मेशन नूं सपोर्ट किया, वो सी zwingli। ठीक है, हुण 3 नाम याद रखने हैं, मार्टिन लूथर, जॉन कैल्विन। मार्टिन लूथर जर्मनी च है, जॉन कैल्विन भी स्विट्जरलैंड च है, तो zwingli भी स्विट्जरलैंड च है। ठीक है, चर्च ने इस सब के खिलाफ काउंटर रिफॉर्मेशन करता। काउंटर रिफॉर्मेशन नूं कैथलिक रिफॉर्मेशन भी कहते हैं या कैथलिक रिवाइवल कहते हैं। ये जिहड़ी पुरानी चर्च है जिहदे खिलाफ मार्टिन लूथर ने आवाज़ चुकी है, वो चर्च हुण अपने आइडियाज़ नूं डिफेंड कर रही है। ठीक है, इनू कहते हैं काउंटर रिफॉर्मेशन। और इस दे नाल की होया, जिहड़ी क्रिश्चियनिटी है वो 2 पार्ट्स दे विच वंड गई, प्रोटेस्टेंट्स एंड कैथलिक्स। प्रोटेस्टेंट्स जिहड़े प्रोग्रेसिवली सोच रहे सीगे, अगे वधना चाहते सीगे, चर्च तो थोड़ा आज़ाद होना चाहते हैं। कैथलिक जो कि कंजरवेटिव सी, पुरानी सोच के लोग सी और चर्च के नाल ही जुड़ के रहना चाहते हैं, सुपरस्टिशंस के नाल। हुण की होया, इनू खत्म करते करते कौंसिल ऑफ ट्रेंट होया, जिहदे विच रोमन कैथलिक चर्च ने अपने 3 बार मीटिंग्स कीतियां, 1545 तो 1563 दे विच। राइट, इट इज़ वेरी इंपॉर्टेंट। और चर्च ने स्वीपिंग डिक्रीज ऑन सैल्फ रिफॉर्म पास कीतियां, अपने आप को खुद सुधारन वास्ते चर्च ने कुछ चीज़ां मान लियां, पर सारियां जिहड़ियां प्रोटेस्टेंट डिमांड सी वो सब नहीं मनिया गईयां। ऑल राइट, अगे की होया जी, डिस्पाइट इंटरनल स्ट्राइफ एंड 2 लेंथी इंटरप्शंस was the key part of the counter reformation was played role in revitalizing the Roman Catholic Church in many parts in Europe। थोड़ा जा मैंने एक बार दोबारा देखा, एक बार तुहाडे लई थोड़ा शॉर्ट करा पिछों क्योंकि कुछ पॉइंट मिस हो गए। हाँ, डिस्पाइट इंटरनल स्ट्राइफ एंड 2 lengthy interruptions, the council was a key part of the counter reformation and played a vital role in revitalizing the Roman Catholic Church in many parts of Europe। ते इन्हें रोमन कैथलिक चर्च नूं थोड़ा जिहा रिवाइव तक करा दिता। ठीक है, रोमन कैथलिक चर्च नूं रिवाइव कराता, रिवाइटलाइज कराता यूरोप के कुछ पार्ट्स दे विच। इस तो बाद अगला इंपॉर्टेंट इवेंट जिहड़ा तुसीं हुण याद रखना है वो है 1519 का मैगलेन ऑफ पोर्चुगल। इन्हें पहली बार वॉयज अराउंड द वर्ल्ड, सर्कम नेविगेशन शुरू की कि पूरी धरती नूं गोल घूम के वेख लिया जाए। 1543 कोपरनिकस ऑफ पोलैंड, ही डेमोनस्ट्रेटेड दैट सन इज सेंटर ऑफ सोलर सिस्टम। हुण 3 लोगों के नाम जुड़ गए, गलीलियो, दैन दूजा किहड़ा सीगा, छेती याद करो किहड़ा नाम सीगा जो पिछे आपां देखिया सी, और तीजा नाम आ गया कोपरनिकस। ठीक है, ये नाम तुसीं तीनों याद करने हैं जो मैं तुहानूं मार्क कराते कि इंपॉर्टेंट है। अगे चलते हैं। अगला इंपॉर्टेंट इवेंट है 1588 का। 1588 दे इस इंपॉर्टेंट इवेंट दे नाल की होया, इंग्लिश डिफीट द स्पैनिश आर्मेडा।
ਸਪੈਨਿਸ਼ ਅਰਮੇਡਾ ਕੀ ਹੈ? ਸਪੇਨ ਦੀ ਇੱਕ ਨੇਵਲ ਫਲੀਟ ਹੈ। ਮੰਨਿਆ ਕੀ ਜਾਂਦਾ ਸੀ ਕਿ ਜਿਹੜੀ ਇਹ ਸਪੇਨ ਦੀ ਸ਼ਿਪਸ ਹੈ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ, ਬਟ ਜਦੋਂ ਬ੍ਰਿਟੇਨ ਨੇ ਸਪੈਨਿਸ਼ ਅਰਮੇਡਾ ਨੂੰ ਡਿਫੀਟ ਕਰਤਾ, ਇਸ ਈਵੈਂਟ ਤੋਂ ਬਾਅਦ ਬ੍ਰਿਟੇਨ ਸੁਪਰ ਨੇਵੀ ਬਣਨਾ ਸ਼ੁਰੂ ਹੋ ਗਿਆ ਸੀ ਦੁਨੀਆ ਦੇ ਵਿੱਚ। ਇਸ ਤੋਂ ਬਾਅਦ ਹੀ ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਵੀ ਜਾ ਕੇ ਦੁਨੀਆ ਦੇ ਵਿੱਚ ਆਪਣਾ ਟ੍ਰੇਡ ਸ਼ੁਰੂ ਕਰੇਗੀ। ਸਪੇਨ ਤੇ ਪੁਰਤਗਾਲੀਆਂ ਦਾ ਹੁਣ ਡਿਕਲਾਈਨ ਆ ਜਾਊਗਾ, ਬ੍ਰਿਟੇਨ ਦਾ ਹੁਣ ਰਾਈਜ਼ ਸ਼ੁਰੂ ਹੋ ਜਾਏਗਾ। ਫਿਰ 1600 ਦੇ ਵਿੱਚ ਆਫਟਰ ਦਿਸ ਡਿਫੀਟ ਆਫ ਸਪੈਨਿਸ਼ ਅਰਮੇਡਾ ਈਸਟ ਇੰਡੀਆ ਕੰਪਨੀ ਇਸਟੈਬਲਿਸ਼ ਕੀਤੀ ਇੰਗਲੈਂਡ ਨੇ। ਕੁਈਨ ਐਲਿਜ਼ਾਬੈਥ 1 ਸੀ ਜਿਨਨੇ ਚਾਰਟਰ ਦਿੱਤਾ ਸੀ, ਅਸੀਂ ਇੰਡੀਅਨ ਹਿਸਟਰੀ 'ਚ ਪੜ੍ਹਿਆ। ਤੇ 1602 ਦੇ ਵਿੱਚ ਡੱਚ ਈਸਟ ਇੰਡੀਆ ਕੰਪਨੀ ਬਣ ਗਈ। 1603 ਦੇ ਵਿੱਚ ਐਲਿਜ਼ਾਬੈਥ 1 ਦੀ ਡੈਥ ਹੋ ਗਈ। ਐਲਿਜ਼ਾਬੈਥ 1 ਦੀ ਡੈਥ ਤੋਂ ਬਾਅਦ ਕੀ ਹੋਇਆ? ਯੂਨੀਫਿਕੇਸ਼ਨ ਆਫ ਕਿੰਗਡਮ ਆਫ ਇੰਗਲੈਂਡ ਐਂਡ ਸਕਾਟਲੈਂਡ ਹੋ ਗਿਆ। ਸਕਾਟਲੈਂਡ ਤੇ ਇੰਗਲੈਂਡ ਇਕੱਠੇ ਹੋਏ ਤੇ ਜੇਮਸ ਜਿਹੜਾ 6 ਆਫ ਸਕਾਟਲੈਂਡ ਸੀ ਉਹ ਜੇਮਸ 1 ਆਫ ਇੰਗਲੈਂਡ ਬਣ ਗਿਆ। ਜੇਮਸ 6 ਆਫ ਸਕਾਟਲੈਂਡ ਬਿਕੇਮ ਜੇਮਸ 1 ਆਫ ਇੰਗਲੈਂਡ ਐਂਡ ਸਟੂਅਰਟ ਡਾਇਨੈਸਟੀ ਇੰਗਲੈਂਡ ਦੇ ਵਿੱਚ ਇਸਟੈਬਲਿਸ਼ ਹੋ ਗਈ। ਐਲਿਜ਼ਾਬੈਥ ਤੋਂ ਬਾਅਦ ਸਟੂਅਰਟ ਡਾਇਨੈਸਟੀ ਆ ਗਈ ਇੰਗਲੈਂਡ ਦੇ ਵਿੱਚ। ਫਿਰ 1610 ਦੇ ਵਿੱਚ ਗੈਲੀਲੀਓ observes the motion of heavenly bodies for first time through his telescope। ਹੁਣ ਗੈਲੀਲੀਓ ਨੇ ਟੈਲੀਸਕੋਪ ਰਾਹੀਂ ਸਾਰੀ ਮੂਵਮੈਂਟਸ ਨੂੰ ਖੁਦ ਵੇਖਿਆ ਤੇ ਉਹਨੇ ਫਿਰ ਕਨਫਰਮ ਕੀਤਾ ਕਿ ਇਹ ਹੀਲੀਓਸੈਂਟਰਿਕ ਯੂਨੀਵਰਸ ਹੈ। ਡਨ। ਇਸ ਤੋਂ ਬਾਅਦ ਅਗਲਾ ਇੰਪੋਰਟੈਂਟ ਇਵੈਂਟ ਜਿਹੜਾ ਸਾਨੂੰ ਵਰਲਡ ਹਿਸਟਰੀ ਦਾ ਹੁਣ ਯਾਦ ਰੱਖਣਾ ਉਹ ਹੈ 1618 ਦੇ ਵਿੱਚ 30 years war ਸਟਾਰਟ ਹੋ ਗਈ। What is this 30-year war? The 30 years war was a religious and geopolitical war fought primarily in Central Europe from 1618 to 1648। ਇਹ ਧਰਮ ਦੀ ਵੀ ਲੜਾਈ ਸੀ ਤੇ ਇਹ geopolitic ਜਾਂ geostrategic ਲੜਾਈ ਸੀ। Initially a war between the Protestant and Catholic states। ਜਿਹੜੇ ਰਾਜੇ ਪ੍ਰੋਟੈਸਟੈਂਟ ਬਣਨਾ ਚਾਹੁੰਦੇ ਸੀ ਤੇ ਜਿਹੜੇ ਰਹਿੰਦੇ ਸੀ ਕੈਥੋਲਿਕ ਰਹਿਣਾ, ਇਹ ਉਹਨਾਂ ਦੇ ਵਿੱਚ ਇੱਕ ਲੜਾਈ ਸੀ ਇਨ ਦਾ ਹੋਲੀ ਰੋਮਨ ਐਮਪਾਇਰ, ਜਿਹੜਾ ਪੂਰਾ ਦਾ ਪੂਰਾ ਪਹਿਲੇ ਕੈਥੋਲਿਕ ਚਰਚ ਦੇ ਕੰਟਰੋਲ ਸੀ। ਇਟ ਗ੍ਰੈਜੂਅਲੀ ਡਿਵੈਲਪ ਇਨਟੂ ਅ ਜਨਰਲ ਯੂਰਪੀਅਨ ਵਾਰ। ਫਿਰ ਇਹਦੇ 'ਚ ਬਾਕੀ ਸਾਰੇ ਰਾਜੇ ਵੀ ਇਨਵੋਲਵ ਹੋ ਗਏ, ਇਨਵੋਲਵਿੰਗ ਮੋਸਟ ਆਫ ਦਾ ਗ੍ਰੇਟ ਪਾਰਟਸ। ਐਂਡ ਜਦੋਂ 1648 ਦੇ ਵਿੱਚ ਇਹ ਲੜਾਈ ਖਤਮ ਹੋਈ, ਅੱਗੇ ਆਪਾਂ ਪੜਾਂਗੇ, ਇਹ ਖਤਮ ਹੋਈ ਪੀਸ ਆਫ ਵੈਸਟਫੇਲੀਆ ਦੇ ਨਾਲ। ਇਸ ਪੀਸ ਆਫ ਵੈਸਟਫੇਲੀਆ ਦੇ ਨਾਲ ਮੰਨਿਆ ਜਾਂਦਾ ਹੈ ਕਿ ਯੂਰਪ ਦੇ ਵਿੱਚ ਮਾਡਰਨ ਜਾਂ ਨੇਸ਼ਨ ਸਟੇਟ ਦਾ ਓਰੀਜਨ ਹੋਣਾ ਸਟਾਰਟ ਹੋ ਗਿਆ। ਠੀਕ ਹੈ, ਇਸ ਤੋਂ ਪਹਿਲੇ ਮਾਡਰਨ ਨੇਸ਼ਨ ਸਟੇਟ ਦਾ ਆਈਡੀਆ ਨਹੀਂ ਸੀ, ਉਹ ਪੀਸ ਆਫ ਵੈਸਟਫੇਲੀਆ ਦੇ ਨਾਲ ਸਟਾਰਟ ਹੋਇਆ। ਫਿਰ 1625 ਦੇ ਵਿੱਚ ਚਾਰਲਸ 1 ਇੰਗਲੈਂਡ ਦਾ ਰਾਜਾ ਬਣਿਆ। ਰਾਈਟ, ਹੁਣ ਇਹ ਨਾਮ ਕਿਉਂ ਇੰਪੋਰਟੈਂਟ ਹੈ ਅਗਲੇ ਫੈਕਟ ਨਾਲ ਤੁਸੀਂ ਸਮਝ ਜਾਓਗੇ। 1625 ਦੇ ਵਿੱਚ ਚਾਰਲਸ 1 ਇੰਗਲੈਂਡ ਦੇ ਰਾਜਾ ਬਣਦੇ ਹੈ। ਆਲਰਾਈਟ, ਸੋ 1648 ਚ 30 years war ਖਤਮ ਹੁੰਦੀ ਹੈ। ਟ੍ਰੀਟੀ ਆਫ ਵੈਸਟਫੇਲੀਆ, ਜਿਹਨੂੰ ਮੈਂ ਤੁਹਾਨੂੰ ਦੱਸਿਆ ਪੀਸ ਆਫ ਵੈਸਟਫੇਲੀਆ। ਅੰਡਰ ਦ ਟਰਮਸ ਆਫ ਪੀਸ ਸੈਟਲਮੈਂਟ ਨੰਬਰ ਆਫ ਕੰਟਰੀਜ਼ ਰਿਸੀਵ ਟੈਰੀਟਰੀਜ਼ ਔਰ ਵਰ ਕਨਫਾਈਨਡ ਇਨ देयर ਸੋਵਰੇਨਿਟੀ ਓਵਰ ਟੈਰੀਟਰੀਜ਼। ਇਸ ਤਰ੍ਹਾਂ ਨੇਸ਼ਨ ਸਟੇਟ ਦਾ ਮਾਡਰਨ ਆਈਡੀਆ ਇਮਰਜ ਕਰ ਗਿਆ। ਠੀਕ ਹੈ, ਜੋ ਅਸੀਂ ਕਹਿੰਦੇ ਨਾ ਮਾਡਰਨ ਸਟੇਟ, ਅੱਜ ਅਸੀਂ ਕਹਿੰਦੇ ਹਾਂ ਇੱਕ ਦੇਸ਼ ਹੈ, ਇਹਦੀ ਟੈਰੀਟਰੀ ਹੈ, ਇਹਦੀ ਆਪਣੀ ਗਵਰਨਮੈਂਟ ਹੈ, ਉਹ ਆਈਡੀਆ ਇੱਥੋਂ ਆ ਗਿਆ। 1649 ਚ ਚਾਰਲਸ 1 ਦੀ ਐਗਜ਼ੀਕਿਊਸ਼ਨ ਕਰਤੀ ਗਈ, ਲੋਕਾਂ ਨੇ ਮਾਰਤਾ। ਇਹ ਕਦੋਂ ਹੋਇਆ? 1642 ਦੀ ਸਿਵਲ ਵਾਰ ਜਿਹੜੀ ਹੋਈ ਸੀ, ਉਸ ਤੋਂ ਬਾਅਦ ਲੋਕਾਂ ਨੇ ਆਪਣੇ ਰਾਜਾ ਦਾ ਸਰ ਕਲਮ ਕਰਤਾ। ਇਸ ਤੋਂ ਬਾਅਦ ਇੰਗਲੈਂਡ ਦੇ ਵਿੱਚ ਥੋੜਾ ਥੋੜਾ ਪਾਰਲੀਮੈਂਟਰੀ ਡੈਮੋਕ੍ਰੇਸੀ ਤਰਫ ਮੂਵਮੈਂਟ ਸਟਾਰਟ ਹੋਣਾ ਸ਼ੁਰੂ ਹੋ ਗਿਆ। 1653 ਦੇ ਵਿੱਚ ਓਲੀਵਰ ਕ੍ਰੋਮਵੈਲ, ਜਿਹੜੇ ਕਿ ਲੀਡਰ ਸੀਗੇ ਸਿਵਲ ਵਾਰ ਦੇ ਟਾਈਮ ਤੋਂ ਹੀ, ਉਹਨਾਂ ਨੇ ਪਾਰਲੀਮੈਂਟ ਨੂੰ ਡਿਸੋਲਵ ਕਰਤਾ ਤੇ ਆਪਣੇ ਆਪ ਨੂੰ ਲਾਰਡ ਪ੍ਰੋਟੈਕਟਰ ਬਣਾ ਲਿਆ, ਰਾਜੇ ਜਿਹੀ ਪਾਵਰ ਆਪਣੇ ਕੋਲ ਲੈ ਲਈ। ਪਰ ਇਸ ਨੂੰ ਹਟਾਉਣ ਵਾਸਤੇ ਫਿਰ ਅੱਗੇ ਹੋਰ ਰੈਵੋਲੂਸ਼ਨ ਆਉਣਗੇ। 1687 ਦੇ ਵਿੱਚ ਨਿਊਟਨ ਨੇ ਆ ਕੇ ਪ੍ਰਿੰਸੀਪਲ ਆਫ ਗ੍ਰੈਵਿਟੀ ਦਿੱਤਾ, ਉਹ ਸੇਬ ਸੂਬ ਡਿੱਗਿਆ, ਪਤਾ ਲੱਗਿਆ ਗ੍ਰੈਵਿਟੀ ਹੈ। ਉਹ ਸਾਰਾ ਕੁਝ 1687 ਚ ਹੋਇਆ। 1688 ਚ ਇੰਗਲੈਂਡ ਦੇ ਵਿੱਚ ਬਲੱਡਲੈਸ ਰੈਵੋਲੂਸ਼ਨ ਆਇਆ ਤੇ ਜਿਹੜਾ ਜੇਮਸ 2 ਰਾਜਾ ਸੀ ਉਹ ਵੀ ਇੰਗਲੈਂਡ ਤੋਂ ਹਟਾਤਾ ਗਿਆ। ਫਿਰ ਇਸ ਰੈਵੋਲੂਸ਼ਨ ਤੋਂ ਬਾਅਦ 1689 ਚ ਇੰਗਲੈਂਡ ਦੇ ਵਿੱਚ ਬਿੱਲ ਆਫ ਰਾਈਟਸ ਪਾਸ ਕੀਤਾ ਗਿਆ। ਠੀਕ ਹੈ, ਬਿੱਲ ਆਫ ਰਾਈਟਸ, ਹੁਣ ਲੋਕਾਂ ਨੂੰ ਅਧਿਕਾਰ ਦੇਣ ਦਾ ਟਾਈਮ ਆ ਗਿਆ ਥੋੜਾ ਬਹੁਤਾ। ਇੰਗਲੈਂਡ ਦੇ ਵਿੱਚ ਪਾਰਲੀਮੈਂਟਰੀ ਡੈਮੋਕ੍ਰੇਸੀ ਨੂੰ ਥੋੜਾ ਹੋਰ ਸਟਰੋਂਗ ਕਰਨ ਦਾ ਟਾਈਮ ਆ ਗਿਆ। ਅਗਰ ਅਸੀਂ ਬਿੱਲ ਆਫ ਰਾਈਟਸ ਦੀ ਗੱਲ ਕਰੀਏ, ਇਹ 'ਚ ਹੋਇਆ ਕੀ ਹੈ? ਇਨ ਦਿਸ ਬਿੱਲ ਆਫ ਰਾਈਟਸ it is an act passed by Parliament of England on December 16, 1689। डेट इंपॉर्टेंट है, याद रखनी पैनी है। 16 दिसंबर 1689। बिल क्रिएट्स सेपरेशन ऑफ पावर्स।
ਸੈਪਰੇਸ਼ਨ ਆਫ ਪਾਵਰਸ, ਹੁਣ ਤੁਹਾਨੂੰ ਪਤਾ ਕੀ ਹੁੰਦਾ ਨਾ ਕਿ ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ, ਤਿੰਨ ਅਲੱਗ ਚੀਜ਼ਾਂ ਹੋਣਗੀਆਂ। ਲਿਮਿਟਸ ਦਾ ਪਾਵਰ ਆਫ ਕਿੰਗ ਐਂਡ ਕੁਈਨ, ਐਨਹੈਂਸਿਸ ਦਾ ਡੈਮੋਕ੍ਰੈਟਿਕ ਇਲੈਕਸ਼ਨ ਐਂਡ ਬੋਸਟਰ ਫਰੀडम ਆਫ ਸਪੀਚ, ਫਰੀडम ਆਫ ਸਪੀਚ ਨੂੰ ਹੋਰ ਜ਼ਿਆਦਾ ਸਟਰੈਂਥਨ ਕੀਤਾ ਗਿਆ। ਅਗਲਾ ਇਵੈਂਟ ਹੋਇਆ 1712 ਚ 1712 ਟਾਮਸ ਨਿਊ ਕॉमन ਆਫ ਬ੍ਰਿਟੇਨ ਡਿਸਕਵਰਡ ਸਟੀਮ ਇੰਜਨ। ਜਿੱਦਾਂ ਹੀ ਸਟੀਮ ਇੰਜਨ ਆਏਗਾ ਇੰਡਸਟਰੀਅਲ ਰੈਵੋਲੂਸ਼ਨ ਹੋਰ ਜ਼ਿਆਦਾ ਫਾਸਟ ਹੋ ਜਾਏਗਾ। ਇਸ ਤੋਂ ਬਾਅਦ 1713 ਦੇ ਵਿੱਚ ਟ੍ਰੀਟੀ ਆਫ ਉਟਰੇਚਟ ਸਾਈਨ ਕੀਤੀ ਗਈ। ਡਿਵੀਜ਼ਨ ਆਫ ਸਪੈਨਿਸ਼ ਕਿੰਗਡਮ, ਸਪੇਨ ਦੀ ਕਿੰਗਡਮ ਨੂੰ ਡਿਵਾਈਡ ਕੀਤਾ ਗਿਆ, ਰਾਈਟ। ਇਸ ਤੋਂ ਬਾਅਦ 1721 ਚ ਰੋਬਰਟ ਵਾਲਪੋਲ ਇੰਗਲੈਂਡ ਦੇ ਪਹਿਲੇ ਪ੍ਰਾਈਮ ਮਿਨਿਸਟਰ ਅਪੁਆਇੰਟ ਹੋਏ। ਇਹ ਫੈਕਟ ਇੰਪੋਰਟੈਂਟ ਹੈ ਪ੍ਰੀ ਵਾਸਤੇ ਤੁਹਾਡੇ। ਦੈਨ 1733 ਚ ਜੌਨ ਇਨਵੈਂਟਸ ਫਲਾਈਂਗ ਸ਼ਟਲ, ਜੌਨ ਕੇ ਨੇ KAY, ਜੌਨ ਕੇ ਨੇ ਫਲਾਈਂਗ ਸ਼ਟਲ ਇਨਵੈਂਟ ਕੀਤੀ 1733 ਚ। ਇਹਨੇ ਵੀ ਜਿਹੜਾ ਟੈਕਸਟਾਈਲ ਇੰਡਸਟਰੀ ਹੈ, ਇੰਡਸਟਰੀਅਲ ਰੈਵੋਲੂਸ਼ਨ ਸਭ ਤੋਂ ਪਹਿਲੇ ਟੈਕਸਟਾਈਲ ਇੰਡਸਟਰੀ ਚ ਆਉਂਦਾ ਹੈ, ਸਭ ਤੋਂ ਇੰਪੋਰਟੈਂਟਲੀ ਕਾਟਨ ਟੈਕਸਟਾਈਲ ਚ ਆਉਂਦਾ ਹੈ। ਇਸ ਲਈ ਇੱਕ ਰਾਈਟਰ ਹੈ ਐਰਿਕ ਇੱਕ ਹਿਸਟੋਰੀਅਨ ਹੈ, ਉਹ ਕਹਿੰਦਾ ਹੈ whosoever says industrial revolution says cotton, whosoever says industrial revolution says cotton, ਰਾਈਟ। ਕਿਉਂ? ਕਿਉਂਕਿ ਇੰਗਲੈਂਡ ਨੇ ਸਭ ਤੋਂ ਪਹਿਲੇ ਕਾਟਨ ਟੈਕਸਟਾਈਲ ਵਾਸਤੇ ਇੰਡਸਟਰੀ ਲਗਾਈ ਔਰ ਇਹ ਫਲਾਈਂਗ ਸ਼ਟਲ ਇੱਕ ਮਸ਼ੀਨ ਹੈ ਜਿਹੜੀ ਕਾਟਨ ਟੈਕਸਟਾਈਲ ਇੰਡਸਟਰੀ ਨੂੰ ਸਟਾਰਟ ਕਰਵਾਏਗੀ ਵਧੀਆ ਢੰਗ ਨਾਲ। ਫਿਰ 1740 ਦੇ ਵਿੱਚ ਫਰੈਡਰਿਕ ਦ ਗ੍ਰੇਟ ਬਿਕੇਮ ਕਿੰਗ ਆਫ ਪ੍ਰਸ਼ੀਆ ਐਂਡ ਮਾਰੀਆ ਥਰੇਸਾ ਸਕਸੀਡਸ ਇਨ ਆਸਟਰੀਆ। ਇਹਦੇ ਨਾਲ ਆਸਟਰੀਅਨ ਵਾਰ ਆਫ ਸਕਸੈਸ਼ਨ ਸ਼ੁਰੂ ਹੋ ਗਈ ਜਿਹੜੀ ਕਿ ਇੰਡੀਅਨ ਹਿਸਟਰੀ ਤੇ ਯੂਰਪੀਅਨ ਹਿਸਟਰੀ ਤੇ ਬੜਾ ਇੰਪੈਕਟ ਪਾਉਂਦੀ ਹੈ। ਬਟ ਬਿਫੋਰ ਵੀ ਮੂਵ ਫਰਦਰ, ਫਰੈਡਰਿਕ ਦ ਗ੍ਰੇਟ ਪ੍ਰਸ਼ੀਆ ਦਾ ਰਾਜਾ ਬਣਿਆ। ਪ੍ਰਸ਼ੀਆ ਜਰਮਨੀ ਵਾਲੀ ਟੈਰੀਟਰੀ ਹੈ ਔਰ ਇਹ ਜਿਹੜਾ ਫਰੈਡਰਿਕ ਦ ਗ੍ਰੇਟ ਹੈ ਇਹ ਫਰਸਟ ਜਰਮਨ ਐम्पायर ਬਣਾਏਗਾ। ਸੈਕਿੰਡ ਜਰਮਨ ਐम्पायर ਬਣਾਣੀ ਹੈ ਬਿਸਮਾਰਕ ਨੇ ਆ ਕੇ, ਤੇ ਥਰਡ ਜਰਮਨ ਐम्पायर ਬਣਾਣੀ ਹੈ ਹਿਟਲਰ ਨੇ, ਠੀਕ ਹੈ। ਔਰ ਜਦੋਂ ਇਹ ਰਾਜੇ ਆਏ, ਇਹ ਐਨਲਾਈਟਨਮੈਂਟ ਤੋਂ ਬਾਅਦ ਆਉਣ ਵਾਲੇ ਰਾਜੇ ਨੇ, ਇਹਨਾਂ ਨੂੰ ਐਨਲਾਈਟਨਡ ਡੈਸਪੋਟ ਵੀ ਕਿਹਾ ਜਾਂਦਾ ਸੀ। ਐਨਲਾਈਟਨਡ ਡੈਸਪੋਟਸ ਮਤਲਬ ਕਿ ਰਾਜੇ ਹੈ ਤਾਨਾਸ਼ਾਹੀ ਨਾਲ ਕੰਮ ਕਰ ਰਹੇ ਆ ਪਰ ਹੁਣ ਥੋੜੇ ਸਮਝਦਾਰ ਹੈ, ਲੋਕਾਂ ਨੂੰ ਥੋੜੇ ਰਾਈਟਸ ਵੀ ਦੇ ਰਹੇ ਹੈ, ਠੀਕ ਹੈ। ਅਗਲਾ ਇੰਪੋਰਟੈਂਟ ਇਵੈਂਟ ਕਰਦੇ ਹਾਂ ਹੁਣ। (1748) ट्रीटी ऑफ एक्स-ला-शैपेल साइन ਹੁੰਦੀ ਹੈ बिटवीन ब्रिटेन एंड फ्रांस, जो कि जो ऑस्ट्रियन वॉर ऑफ सक्सैशन जी शुरू हुई सी ना, वो खत्म हुई ऑस्ट्रियन वॉर ऑफ सक्सैशन ट्रीटी ऑफ एक्स-ला-शैपेल दे नाल। आई होप तुहानू याद होना जो ऑस्ट्रियन वॉर ऑफ सक्सैशन शुरू हुई तो इंडिया फर्स्ट करनाटिक वॉर शुरू हो गई सी बिटवीन द ब्रिटिश एंड फ्रेंच। ऑस्ट्रियन वॉर ऑफ सक्सैशन भी ब्रिटेन ते फ्रांस ऑपोजिट साइड सी इंडिया भी दोनों ट्रेड लिए आपस लड़ रहे सी। सो अल्टीमेटली जो ये ट्रीटी साइन हुई सी ते लड़ाई खत्म हुई, ब्रिटेन ते फ्रांस ने आपस संधि कर ली तो इंडिया दे विच भी ब्रिटेन नू थोड़ा फायदा मिलिया सी। फिर 1756 दे विच 7 ईयर वॉर शुरू हो गई बिटवीन इंग्लैंड एंड प्रशिया ऑन वन साइड एंड फ्रांस ऑन एंड ऑस्ट्रिया ऑन अदर साइड, ठीक है। इस 7 ईयर्स वॉर करके इंडिया दे विच थर्ड करनाटिक वॉर हुई सी ते ब्रिटेन ते फ्रांस यूरोप च भी लड़े और उत्थे ब्रिटेन ने फ्रांस अमेरिका दे विच भी लड़े, आई एम सॉरी, ते उत्थे भी ब्रिटेन ने फ्रांस नू हरा के कैनेडा भी अपने कंट्रोल च कर लिया सी। हुण 1762 दे विच रूशो की किताब सोशल कॉन्ट्रैक्ट पब्लिश की गई। रूशो बारे 3-4 चीज़ां अपने को लिख लो जो पेपर च आने बहुत इंपॉर्टेंट चांसेस हैं। एक तो मैं तुहानू दस चुका कि ये सोशल कॉन्ट्रैक्ट थ्योरी दिंदे हैं, 3 सोशल कॉन्ट्रैक्टिस्ट हैं, हॉब्स हैं, लॉक है तो रूशो है। इस तो इलावा रूशो ने जनरल विल का आइडिया दिता, जनरल विल, राइट। जनरल विल इज़ मोर लाइक डायरैक्ट डेमोक्रेसी का आइडिया कि डायरैक्ट डेमोक्रेसी होनी चाहिए है, ठीक है। एक तो तुसी ये चीज़ याद रखनी है रूशो नाल, जनरल विल का आइडिया या डायरैक्ट डेमोक्रेसी का आइडिया। दूसरी चीज़ रूशो की एक स्टेटमेंट है बड़ी इंपॉर्टेंट, वो अपने को लिख के रख लो। वो स्टेटमेंट क्या है? मैन इज़ बॉर्न फ्री, मैन इज़ बॉर्न फ्री बट ही इज़ इन चेन्स एवरीवेयर, बट एवरीवेयर ही इज़ इन चेन्स, राइट। इस स्टेटमेंट नाल कहा जाता है कि फ्रेंच रेवोल्यूशन की तैयारी शुरू हो गई। मैन इज़ बॉर्न फ्री बट एवरीवेयर ही इज़ इन चेन्स, ये रूशो की एक स्टेटमेंट है। बाकी रूशो मैन बारे बोलता है एक वर्ड, ये भी याद रखना, नोबल सैवेज। नोबल सैवेज वर्ड मैन वास्ते रूशो ने यूज़ किया। रूशो बोलता सीगा लिव क्लोज टू नेचर, लिव क्लोज टू नेचर, ठीक है। ये कुछ चीज़ां जिहड़ियां तुसीं रूशो बारे याद रखनी है, डायरैक्ट डेमोक्रेसी, जनरल विल, नोबल सैवेज। एक होर चीज़ याद रखना,
ਚਾਹੇ ਰੂਸ਼ੋ मैन ऑफ द एज ऑफ एनलाइटनमेंट है बट ਇਹਦੀ अपनी आइडियोलॉजी है रोमांटिसिज्म। रोमांटिसिज्म ਇਹਦੀ अपनी आइडियोलॉजी है, राइट, फिलोसफी है। इस तो इलावा एक इस टाइम के उपर जर्मन राइटर सी कांत, जर्मन राइटर कांत जिन्हें खुद नाम दिता सी एनलाइटनमेंट। 1784 ਦੇ ਵਿੱਚ 1784 ਦੇ ਵਿੱਚ ਇੱਕ ਪੈਂਫਲੇਟ ਆਇਆ ਸੀ व्हाट इज एनलाइटनमेंट, जो जर्मन फिलोसफर कांत ने लिखा सी। पर कांत जो है वो एनलाइटनमेंट ਦੀ ਏਜ ਦਾ ਬੰਦਾ ਹੁੰਦੇ ਹੋਏ ਵੀ ਉਹ ਸਕੈਪਟਿਸਿਜ਼ਮ ਦੀ ਫਿਲਾਸਫੀ ਨਾਲ ਐਸੋਸੀਏਟਿਡ ਹੈ। ਸਕੈਪਟਿਸਿਜ਼ਮ, ਸੋ ਰੂਸ਼ੋ ਰੋਮਾਂਟਿਸਿਜ਼ਮ ਨਾਲ, ਕਾਂਤ ਸਕੈਪਟਿਸਿਜ਼ਮ ਨਾਲ। ਬਟ ਜਿਹੜੇ ਬਾਕੀ ਦੇ ਰਾਈਟਰ ਸੀ ਜਿੱਦਾਂ ਕਿ ਮੌਂਟੈਸਕ ਸੀਗਾ, MONTESQUIEU, MONTESQUIEU ਮੌਂਟੈਸਕ ਸੀ, ਜਾਂ ਵੋਲਟੇਅਰ ਸੀ, ਜਿਹੜੇ ਦੋ ਫ੍ਰੈਂਚ ਰਾਈਟਰ ਸੀਗੇ। ਇਹ ਸੀਗੇ ਐਨਲਾਈਟਨਮੈਂਟ ਦੇ ਨਾਲ ਐਸੋਸੀਏਟਿਡ, ਐਨਲਾइटनमेंट, ठीक है। ਇੱਦਾਂ ਹੀ ਜੌਨ ਲੌਕ ਜਿਹੜਾ ਇੰਗਲੈਂਡ ਦਾ, ਉਹ ਵੀ ਐਨਲਾइटनमेंट ਦੇ ਨਾਲ ਹੀ ਐਸੋਸੀਏਟਿਡ ਹੈ। ਜੌਨ ਲੌਕ ਨੇ ਵੀ ਸੋਸ਼ਲ ਕੰਟਰੈਕਟ ਥਿਊਰੀ ਦੀ ਗੱਲ ਕੀਤੀ ਹੈ, ਬਟ ਹੀ ਵਾਸ ਦ ਫਰਸਟ ਟੂ ਟਾਕ ਅਬਾਊਟ ਰਾਈਟ ਟੂ ਰਿਵੋਲਟ, ਔਰ ਇਹਦੇ ਆਈਡੀਆਜ਼ ਤੋਂ ਇੰਪ੍ਰੈਸ ਹੋ ਕੇ ਇਹਨੇ ਆਪਣੀ ਕਿਤਾਬ 'ਚ ਲਿਖਿਆ ਸੀ ਆਲ ਮੈਨ ਆਰ ਬੋਰਨ ਇਕੁਅਲ। ਤੇ ਇਹਨਾਂ ਦੇ ਆਈਡੀਆਜ਼ ਤੋਂ ਇੰਸਪਾਇਰ ਹੋ ਕੇ ਅਮਰੀਕਨਸ ਨੇ ਬਾਅਦ ਚੋਂ ਅਮਰੀਕਨ ਵਾਰ ਆਫ ਇੰਡੀਪੈਂਡੈਂਸ ਕੀਤੀ, ਜਿਹਨੂੰ ਅਮਰੀਕਨ ਰੈਵੋਲੂਸ਼ਨ ਕਹਿੰਦੇ ਆ। ਇਸ ਲਈ ਜੌਨ ਲੌਕ ਨੂੰ ਇੰਟੈਲੈਕਚੁਅਲ ਫਾਦਰ ਆਫ ਅਮਰੀਕਨ ਰੈਵੋਲੂਸ਼ਨ ਦਾ ਨਾਮ ਵੀ ਦਿੱਤਾ ਜਾਂਦਾ ਹੈ। ਤੇ ਜੌਨ ਲੌਕ ਦੇ ਆਈਡੀਆਜ਼ ਤੋਂ ਹੀ ਇੰਸਪਾਇਰ ਹੋ ਕੇ ਲਿਬਰਲਿਜ਼ਮ ਜਿਹੜੀ ਆਈਡੀਓਲੋਜੀ ਆ ਉਹ ਪੋਪੂਲਰ ਹੁੰਦੀ ਹੈ, ਰਾਈਟ। ਹੁਣ ਅਗਲੇ ਪੁਆਇੰਟਸ 'ਤੇ ਚੱਲਦੇ ਹਾਂ, ਇੰਪੋਰਟੈਂਟ ਪੁਆਇੰਟਸ ਜਿਹੜੇ ਹੈ। ऑलराइट जी, इस तो बाद एक होर चीज़ इंपॉर्टेंट है, रेन ऑफ कैथरीन द ग्रेट बिगिनस इन रशिया 1762 ਦੇ ਵਿੱਚ। ਇਹ ਵੀ एनलाइटन ਡੈਸਪੋਟਿਜ਼ਮ ਦਾ ਇੱਕ ਐਗਜ਼ਾਮਪਲ ਹੈ, ਜਿੱਦਾਂ ਪ੍ਰਸ਼ੀਆ ਦਾ ਫਰੈਡਰਿਕ ਦ ਗ੍ਰੇਟ ਸੀ। ਫਿਰ 1763 ਦੇ ਵਿੱਚ 7 ਈਅਰਸ ਵਾਰ ਖਤਮ ਹੋ ਗਈ ਵਿਦ ਟ੍ਰੀਟੀ ਆਫ ਪੈਰਿਸ। ਇਹਦੇ ਨਾਲ ਕੈਨੇਡਾ ਇੰਗਲੈਂਡ ਕੋਲ ਚਲਾ ਗਿਆ ਫਰਾਂਸ ਦੇ ਹੱਥੋਂ, ਔਰ ਇੰਡੀਆ 'ਚੋਂ ਵੀ ਫਰਾਂਸ ਦੀ ਪਾਵਰ ਖਤਮ ਹੋ ਗਈ ਸੀ। ਯੂਰਪ 'ਚ ਵੀ ਬ੍ਰਿਟੇਨ ਦਾ ਦਬਦਬਾ ਥੋੜਾ ਬਣ ਗਿਆ। 1764 ਦੇ ਵਿੱਚ ਜੇਮਸ ਹਰਗਰੀਵਸ ਆਫ ਬ੍ਰਿਟੇਨ ਨੇ ਸਪਿਨਿੰਗ ਜੈਨੀ ਬਣਾਈ। ਇਹ ਵੀ ਕਾਟਨ ਟੈਕਸਟਾਈਲ ਇੰਡਸਟਰੀ ਵਾਸਤੇ, ਇੰਡਸਟਰੀਅਲ ਰੈਵੋਲੂਸ਼ਨ ਵਾਸਤੇ ਇੱਕ ਬੜਾ ਹੀ ਇੰਪੋਰਟੈਂਟ ਸਟੈਪ ਹੋਇਆ। 1765 ਦੇ ਵਿੱਚ ਜੇਮਸ ਵਾਟ ਆਫ ਇੰਗਲੈਂਡ ਬਿਲਟ ਅ ਸਟੀਮ ਇੰਜਨ। ਇਹਨੇ ਹੋਰ ਜ਼ਿਆਦਾ ਇੰਡਸਟਰੀਅਲ ਰੈਵੋਲੂਸ਼ਨ ਨੂੰ ਫਾਸਟ ਕੀਤਾ। ਐਂਡ ਇੰਗਲੈਂਡ ਇੰਪੋਜ਼ਿਸ ਸਟੈਂਪ ਐਕਟ ਔਨ ਅਮਰੀਕਾ। ਹੁਣ ਇੰਗਲੈਂਡ ਕੀ ਕਹਿੰਦਾ ਹੈ ਕਿ ਅਸੀਂ 7 ਈਅਰ ਵਾਰ ਦੇ ਵਿੱਚ ਜਦੋਂ ਲੜੇ ਹਾਂ, ਅਸੀਂ ਅਮਰੀਕਾ ਦੀ ਰੱਖਿਆ ਵਾਸਤੇ ਲੜੇ ਹਾਂ, ਤਾਂ ਕਿ ਕੈਨੇਡਾ 'ਚ ਬੈਠੇ ਜਿਹੜੇ ਫ੍ਰੈਂਚ ਹੈ ਉਹ ਅਮਰੀਕਾ 'ਚ ਬੈਠੇ ਹੋਏ ਇੰਗਲੈਂਡ ਦੇ ਲੋਕਾਂ ਨੂੰ ਤੰਗ ਨਾ ਕਰਨ। ਇੰਗਲੈਂਡ ਦੇ ਵਿੱਚ ਜਿਹੜੇ ਵਾਈਟ ਲੋਕ ਹੈ, ਅਮਰੀਕਾ ਜਿਹੜੇ ਵਾਈਟ ਲੋਕ ਹੈ, ਇੰਗਲੈਂਡ ਤੋਂ ਹੀ ਮਾਈਗ੍ਰੇਟ ਹੋ ਕੇ ਗਏ ਹੋਏ ਉੱਥੇ ਕਾਫੀ ਹੱਦ ਤੱਕ ਲੋਕ ਨੇ। ਜਿਹੜੇ ਅਮਰੀਕਾ 'ਚ ਓਰੀਜਨਲ ਰਹਿੰਦੇ ਸੀ ਉਹ ਰੈੱਡ ਇੰਡੀਅਨਸ। ਰੈੱਡ ਇੰਡੀਅਨਸ ਮੀਨਸ ਕੋਲੰਬਸ ਤਾਂ ਲੱਭਣ ਗਿਆ ਸੀ, ਇੰਡੀਆ ਪਹੁੰਚ ਗਿਆ ਅਮਰੀਕਾ, ਉਹਨੇ ਜਾ ਕੇ ਉਹਨਾਂ ਨੂੰ ਰੈੱਡ ਇੰਡੀਅਨਸ ਨਾਮ ਦੇ ਦਿੱਤਾ। ਫਾਈਨ। ਹੁਣ ਅਮਰੀਕਾ ਨੂੰ ਆਜ਼ਾਦ ਕਰਾਉਣ ਤੋਂ, ਕੈਨੇਡਾ ਨੂੰ ਬ੍ਰਿਟੇਨ ਤੋਂ ਫ੍ਰੀ ਕਰਾ ਕੇ ਹੁਣ ਅਮਰੀਕਾ ਨੂੰ ਕਹਿ ਰਿਹਾ ਬ੍ਰਿਟੇਨ ਕਿ ਤੁਸੀਂ ਇੱਦਾਂ ਕਰੋ ਜੀ, ਥੋੜ੍ਹੇ ਸਾਨੂੰ ਨਾ ਹੋਰ ਡਿਊਟੀ ਪੇ ਕਰੋ। ਸਟੈਂਪ ਐਕਟ ਪਾਸ ਕਰਤਾ, ਜਿਸ ਕਰਕੇ ਇੰਗਲੈਂਡ ਤੇ ਅਮਰੀਕਾ ਦੇ ਰਿਲੇਸ਼ਨਸ ਖਰਾਬ ਹੋਣੇ ਸ਼ੁਰੂ ਹੋ ਗਏ। ਇਹ ਦੇਖਦੇ ਹੋਏ 1766 'ਚ ਇਹਨਾਂ ਨੇ ਇੱਕ ਵਾਰ ਤਾਂ ਐਕਟ ਨੂੰ ਰਿਵੋਕ ਕਰਤਾ, ਰੱਦ ਕਰਤਾ। ਚਲੋ ਕੋਈ ਨਾ, ਬਾਅਦ 'ਚੋਂ ਦੇਖਦੇ ਹਾਂ। ਬਟ ਹੁਣ ਅਮਰੀਕਾ ਦੇ ਲੋਕਾਂ ਦੇ ਦਿਲ ਦੇ ਵਿੱਚ ਐਨਲਾਈਟਨਮੈਂਟ ਦੀਆਂ ਫੀਲਿੰਗ ਆ ਚੁੱਕੀਆਂ। ਉਹਨਾਂ ਲੋਕਾਂ ਨੇ ਹੁਣ ਥੋੜ੍ਹੇ ਡੈਮੋਕ੍ਰੇਸੀ ਦੇ ਆਈਡੀਆਜ਼ ਨੂੰ ਸਮਝ ਲਿਆ ਅਤੇ ਉਹ ਚਾਹੁੰਦੇ ਆ ਬ੍ਰਿਟੇਨ ਤੋਂ ਆਜ਼ਾਦੀ, ਰਾਈਟ। ਜਦੋਂ ਆਜ਼ਾਦੀ ਦੀ ਗੱਲ ਚੱਲੀ ਤੇ ਉੱਥੇ ਕੁਛ ਲੋਕਾਂ ਨੇ ਐਜੀਟੇਸ਼ਨਸ ਜੇ ਕੀਤੇ, ਤੇ ਉਹਦਾ ਰਿਜ਼ਲਟ ਕੀ ਹੋਇਆ? ਬੋਸਟਨ ਨਾਮ ਦਾ ਜਿਹੜਾ ਪੋਰਟ ਸੀਗਾ ਮੈਸਾਚੂਸੇਟ ਸਟੇਟਸ ਦੇ ਵਿੱਚ, ਉੱਥੇ ਇੱਕ ਮੈਸਕਰ ਹੋ ਗਿਆ 5 ਮਾਰਚ 1770 ਨੂੰ। ਇੰਗਲੈਂਡ ਦੀ ਆਰਮੀ ਨੇ ਅਮਰੀਕਾ ਦੇ ਕੁਝ ਲੋਕਾਂ ਨੂੰ ਉੱਥੇ ਗੋਲੀ ਮਾਰਤੀ। ਹੁਣ ਇਹਨਾਂ ਨੇ ਇਸ ਤੋਂ ਬਾਅਦ ਟੀ ਐਕਟ ਪਾਸ ਕੀਤਾ, ਬ੍ਰਿਟੇਨ ਨੇ ਟੀ ਐਕਟ। ਟੀ ਐਕਟ ਮੀਨਸ ਟੀ ਤੇ ਵੀ ਟੈਕਸ, ਚਾਹ ਤੇ ਵੀ ਟੈਕਸ ਲਾਤਾ। ਹੁਣ ਚਾਹ ਤੇ ਟੈਕਸ ਕਿੱਦਾਂ ਲੱਗਾ? ਈਸਟ ਇੰਡੀਆ ਕੰਪਨੀ ਜਿਹੜੀ ਇੰਡੀਆ ਤੇ ਰੂਲ ਕਰ ਰਹੀ ਹੈ, ਉਹ ਚਾਈਨਾ ਤੋਂ ਚਾਹ ਲੈਂਦੀ ਹੈ ਤੇ USA ਨੂੰ ਵੇਚਦੀ ਹੈ ਅਮਰੀਕਾ ਨੂੰ, ਠੀਕ ਹੈ। ਇਹਨਾਂ ਨੇ ਕਿਹਾ ਜੀ ਪਹਿਲੇ ਜਿਹੜੀ ਚਾਹ ਸੀ ਉਹ ਆਂਦੀ ਸੀ ਇੰਗਲੈਂਡ, ਹੁਣ ਉਹ ਡਾਇਰੈਕਟ USA ਚਲੀ ਜਾਏ ਤੇ ਉਹਦੇ ਉੱਪਰ ਟੈਕਸ ਥੋੜ੍ਹੇ ਜਿਹੇ ਵਧਾਤੇ ਜਾਣ, ਤਾਂ ਕਿ ਈਸਟ ਇੰਡੀਆ ਕੰਪਨੀ ਨੂੰ ਵੀ ਫਾਇਦਾ ਹੋ ਜਾਏ, ਇੰਗਲੈਂਡ ਨੂੰ ਵੀ ਫਾਇਦਾ ਹੋ ਜਾਏ, ਤੇ ਅਮਰੀਕਾ ਆਪਣੇ ਆਪ ਮਹਿੰਗੀ ਚਾਹ ਪੀਏਗਾ। ਜਦੋਂ ਇਹਨਾਂ ਨੇ ਚਾਹ ਤੇ ਡਿਊਟੀ ਵਧਾਈ, ਅਮਰੀਕਾ ਨੇ ਇਹਦੇ ਖਿਲਾਫ ਰਿਵੋਲਟ ਕੀਤਾ, ਐਜੀਟੇਸ਼ਨਸ ਹੋਏ। ਜਦੋਂ ਅਮਰੀਕਾ ਦੇ ਲੋਕ ਇਕੱਠੇ ਹੋ ਕੇ ਆਏ ਬੋਸਟਨ ਪੋਰਟ ਤੇ, ਉਹਨਾਂ ਨੇ ਸਾਰੀ ਚਾਹ ਚੱਕ ਕੇ ਸਮੁੰਦਰ ਸੁੱਟੀ। ਇਹਨੂੰ ਕਹਿੰਦੇ ਆ ਬੋਸਟਨ ਟੀ ਪਾਰਟੀ। 16 ਦਸੰਬਰ 1773 ਨੂੰ, ਔਰ ਇਹਨੂੰ ਲੀਡ ਕੀਤਾ ਸੀਗਾ ਸੈਮੂਅਲ ਐਡਮ ਨੇ। ਸੈਮੂਅਲ ਐਡਮਸ, ਹੀ ਲੈਡ ਦਾ ਬੋਸਟਨ ਟੀ ਪਾਰਟੀ। ਜਦੋਂ ਬੋਸਟਨ ਟੀ ਪਾਰਟੀ ਹੋਈ ਤੇ ਇੰਗਲੈਂਡ ਨੇ ਕੀ ਕੀਤਾ, ਉਹਨਾਂ ਨੇ
ਜਿਹੜੀ ਮੈਸਾਚੂਸੇਟਸ ਸਟੇਟ ਹੈ 13 ਕਲੋਨੀ ਸੀਗੀਆਂ ਬ੍ਰਿਟੇਨ ਦੀਆਂ ਅਮਰੀਕਾ 'ਚ, ਉਹਨਾਂ 'ਚੋਂ ਇੱਕ ਸੀ ਮੈਸਾਚੂਸੇਟਸ ਜਿਹਦੇ ਅੰਦਰ ਬੋਸਟਨ ਆਂਦਾ ਹੈ, ਤੇ ਇਹਨਾਂ ਨੇ ਮੈਸਾਚੂਸੇਟ ਦੇ ਲੋਕਲ ਲੈਜਿਸਲੇਚਰ ਨੂੰ ਡਿਸੋਲਵ ਕਰਤਾ, ਵਿਧਾਨ ਸਭਾ ਭੰਗ ਕਰਤੀ। ਹੁਣ 13 ਕਲੋਨੀਜ਼ ਨੂੰ ਡਰ ਲੱਗਿਆ ਕਿ ਯਾਰ ਇਹ ਤਾਂ ਪੰਗਾ ਪੈ ਗਿਆ, ਇਸ ਕਿਤੇ ਸਾਡੀ ਸਾਰਿਆਂ ਦੀ ਵਿਧਾਨ ਸਭਾ ਨਾਲ ਭੰਗ ਕਰ ਦੇਣ, ਤੇ ਉਹ ਸਾਰੇ ਇਕੱਠੇ ਹੋ ਕੇ 1774 ਦੇ ਵਿੱਚ ਫਰਸਟ ਕੰਟੀਨੈਂਟਲ ਕਾਂਗਰਸ ਕਰਦੇ ਆ 5 ਸਤੰਬਰ ਨੂੰ। 13 ਵਿੱਚੋਂ 12 ਸਟੇਟਸ ਇਕੱਠੀਆਂ ਹੋ ਕੇ ਆ ਗਈਆਂ, ਕਿਹੜੀ ਨਹੀਂ ਆਈ? ਜਾਰਜੀਆ। 13 ਚੋਂ 12 ਆ ਗਈਆਂ, ਜਾਰਜੀਆ ਨਹੀਂ ਆਈ। ਇੱਥੇ ਬਹਿ ਕੇ ਇਹਨਾਂ ਨੇ ਕਿਹਾ ਵੀ ਯਾਰ ਜੇ ਤੁਸੀਂ ਟੈਕਸ ਟੂਕਸ ਲਵਾਣੇ ਹੈ ਤੇ ਤੁਸੀਂ ਪਹਿਲੇ ਨਾ ਐਂ ਕਰੋ ਕਿ ਰਿਪਰੈਜ਼ੈਂਟੇਸ਼ਨ ਮੀਨਸ ਇੰਗਲੈਂਡ ਦੇ ਪਾਰਲੀਮੈਂਟ ਦੇ ਵਿੱਚ ਅਮਰੀਕਾ ਤੋਂ ਬੰਦੇ ਚੁਣ ਕੇ ਲੈ ਕੇ ਜਾਓ, ਨੋ ਟੈਕਸੇਸ਼ਨ ਵਿਦਆਊਟ ਰਿਪਰੈਜ਼ੈਂਟੇਸ਼ਨ ਜਿਹੀਆਂ ਗੱਲਾਂ ਸ਼ੁਰੂ ਕਰਤੀਆਂ ਅਮਰੀਕਾ ਵਾਲਿਆਂ ਨੇ। ਹੁਣ ਜਦੋਂ ਇਹ ਸ਼ੁਰੂ ਹੋਇਆ ਤੇ ਅਮਰੀਕਾ ਨੇ ਡੈਮੋਕ੍ਰੈਟਿਕ ਰਾਈਟਸ ਦੀ ਡਿਮਾਂਡ ਕੀਤੀ ਤੇ ਇੰਗਲੈਂਡ ਨੇ ਤਾਂ ਇਸ ਚੀਜ਼ ਦਾ ਗੁੱਸਾ ਮੰਨ ਲਿਆ। ਇੰਨੀ ਦੇਰ ਨੂੰ 1775 ਸੈਕੰਡ ਕੰਟੀਨੈਂਟਲ ਕਾਂਗਰਸ ਹੋਈ ਫਿਲੇਡੈਲਫੀਆ 'ਚ, ਪਹਿਲੀ ਵੀ ਫਿਲੇਡੈਲਫੀਆ 'ਚ ਹੋਈ, ਦੂਜੀ ਵੀ ਫਿਲੇਡੈਲਫੀਆ 'ਚ, ਇਹ 10 ਮਈ ਨੂੰ ਹੋਈ। ਇੱਥੇ ਜਾਰਜ ਵਾਸ਼ਿੰਗਟਨ ਨੂੰ ਅਮਰੀਕਨ ਆਰਮੀ ਦਾ ਕਮਾਂਡਰ ਇਨ ਚੀਫ ਬਣਾ ਲਿਆ ਗਿਆ। ਫਿਰ 4 ਜੁਲਾਈ 1776 ਨੂੰ ਅਮਰੀਕਾ ਨੇ ਆਪਣੀ ਇੰਡੀਪੈਂਡੈਂਸੀ ਡਿਕਲੇਅਰ ਕਰਤੀ ਕਿ ਅਸੀਂ ਇੰਗਲੈਂਡ ਦੇ ਕੰਟਰੋਲ 'ਚ ਨਹੀਂ ਰਹਿਣਾ ਜੀ, ਸਾਨੂੰ ਆਜ਼ਾਦੀ ਚਾਹੀਦੀ ਹੈ, ਰਾਈਟ। ਹੁਣ ਜਦ ਅਮਰੀਕਾ ਨੇ ਆਪਣੇ ਆਪ ਨੂੰ ਆਜ਼ਾਦ ਡਿਕਲੇਅਰ ਕਰਤਾ, ਇੱਥੋਂ ਸ਼ੁਰੂ ਹੁੰਦੀ ਹੈ ਅਮਰੀਕਨ ਵਾਰ ਆਫ ਇੰਡੀਪੈਂਡੈਂਸ, ਜੋ ਮੈਂ ਹੁਣ ਤੁਹਾਡੇ ਨਾਲ ਅਗਲੇ ਲੈਕਚਰ ਦੇ ਵਿੱਚ ਸ਼ੁਰੂ ਕਰਾਂਗਾ। ਐਂਡ ਆਈ ਹੋਪ ਇੰਨੇ ਡਿਟੇਲ ਕਰਨ ਤੋਂ ਬਾਅਦ ਹੁਣ ਤੁਹਾਨੂੰ ਡਾਊਟਸ ਵੀ ਨਹੀਂ ਰਹਿਣਗੇ, ਤੇ ਜੇ ਲੈਕਚਰ ਆਇਆ ਪਸੰਦ ਤੇ ਕਮੈਂਟ ਜ਼ਰੂਰ ਦੱਸਣਾ, ਤਾਂ ਕਿ ਮੈਨੂੰ ਵੀ ਲੱਗੂ ਕਿ ਜੇ ਮੈਂ ਪੰਜਾਬੀ ਪੜ੍ਹਾਈ ਹੈ ਤੇ ਪੰਜਾਬੀ ਭੈਣਾਂ ਭਰਾਵਾਂ ਨੂੰ ਪਸੰਦ ਆਇਆ ਹੈ ਤੇ ਉਹ ਚਾਹੁੰਦੇ ਆ ਕਿ ਮੈਂ ਇਸ ਸੀਰੀਜ਼ ਨੂੰ ਕੰਟੀਨਿਊ ਕਰਾਂ। 1-2 ਦੀ ਜਗ੍ਹਾ 3-4 ਵੀ ਲੱਗ ਗਏ ਲੈਕਚਰ, ਕੋਈ ਗੱਲ ਨਹੀਂ, ਤੁਹਾਨੂੰ ਵਧੀਆ ਢੰਗ ਨਾਲ ਪੂਰੀ ਵਰਲਡ ਹਿਸਟਰੀ ਕਰਾਵਾਂਗੇ ਔਰ ਪੰਜਾਬੀ 'ਚ ਪੜ੍ਹਾ ਕੇ, ਠੀਕ ਹੈ ਜੀ। And a sincere request to all those Hindi state people or people from non-Punjabi states, if you write that please don't speak Punjabi, this is specifically a Punjab PCS class, so I have to speak in Punjabi, right? Thank you very much everyone, take care, God bless you all.